ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਪਰਮ ਸਤਿਕਾਰਯੋਗ ਤਖਤ ਚਬਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ ਜੀ, ਗੁਰਫਤਿਹ ਦੀ ਸਾਂਝ ਪਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਤਾਰ ਪਾਤਸ਼ਾਹ ਜੀ ਦੀ ਅਪਾਰ 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 ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੂੰ ਸੁਭਾਗ ਸਮਾਂ ਮਹਾਂਪੁਰਖਾਂ ਦੇ ਜੀਵਨ ਦੀ ਵਿਚਾਰ ਦਾ ਪ੍ਰਾਪਤ ਹੋਇਆ ਹੈ। ਆਪ ਜੀ ਪਿਛਲੇ ਕਾਫੀ ਦਿਨਾਂ ਤੋਂ ਮਹਾਨ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਜਿਨ੍ਹਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਸਰਵਣ ਕਰਦੇ ਆ ਰਹੇ ਹੋ। ਗੁਰਬਾਣੀ ਦੇ ਵਿੱਚ ਨਾਮ ਜਪਣ ਵਾਲੇ ਨਾਮ ਰਸੀਏ ਮਹਾਤਮਾਵਾਂ ਨੂੰ ਅਨੇਕਾਂ ਹੀ ਸਤਿਕਾਰਤ ਲਫ਼ਜ਼ਾਂ ਦੇ ਨਾਲ ਸਤਿਕਾਰਿਆ ਹੈ। ਸੰਤ ਸਾਧੂ ਬ੍ਰਹਮ ਗਿਆਨੀ ਗੁਰਮੁਖ ਅਨੇਕਾਂ ਹੀ ਸਤਿਕਾਰਤ ਲਫ਼ਜ਼ ਹਜ਼ੂਰ ਨੇ ਵਰਤੇ ਨੇ ਤੇ ਕੱਲੇ ਕੱਲੇ ਅੱਖਰ ਦੀ ਵਿਆਖਿਆ ਵੀ ਗੁਰਬਾਣੀ ਦੇ ਵਿੱਚ ਦਿੱਤੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਅਨੇਕਾਂ ਹੀ ਇਹਨਾਂ ਅੱਖਰਾਂ ਦੀਆਂ ਵਿਆਖਿਆਵਾਂ ਆਪਣੀ ਰਚਨਾ ਦੇ ਵਿੱਚ ਕੀਤੀਆਂ ਨੇ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬੜਾ ਸੁੰਦਰ ਪ੍ਰਮਾਣ, ਕਹਿੰਦੇ ਗੁਰਮੁਖ ਕੌਣ ਹੈ। ਆਪਾਂ ਨਿਤ ਰੋਜ਼ ਦੀ ਜ਼ਿੰਦਗੀ ਵਿੱਚ ਦੇਖਦੇ ਹਾਂ, ਸਹਿਜ ਸੁਭਾਈ ਇਹ ਅੱਖਰ ਵਰਤ ਲੈਨੇ, ਆਓ ਗੁਰਮੁਖੋ ਆਓ ਗੁਰਮੁਖ ਜੀ, ਫਲਾਨਾ ਬੰਦਾ ਬੜਾ ਗੁਰਮੁਖ ਹੈ। ਗੁਰਮੁਖ ਕਹਿੰਦੇ ਕਿਸ ਨੂੰ ਹਨ? ਗੁਰਮੁਖ ਹੁੰਦਾ ਕੌਣ ਹੈ? ਭਾਈ ਗੁਰਦਾਸ ਜੀ ਗੁਰਮੁਖ ਦੀ ਪਰਿਭਾਸ਼ਾ ਇਸ ਤਰ੍ਹਾਂ ਕਹਿੰਦੇ ਨੇ, ਕਹਿੰਦੇ ਚੱਲਣ ਹੁਕਮ ਰਜਾਏ ਗੁਰਮੁਖ ਜਾਣਿਆ। ਗੁਰਮੁਖ ਦੀ ਪਹਿਲੀ ਨਿਸ਼ਾਨੀ ਇਹ ਹੈ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਉਹ ਜਾਣਦਾ ਹੈ। ਵਾਹਿਗੁਰੂ ਜੀ ਦੀ ਮਰਜ਼ੀ ਦੇ ਉਲਟ ਨਹੀਂ ਚੱਲਦਾ। ਵਾਹਿਗੁਰੂ ਜੀ ਦੀ ਮਰਜ਼ੀ, ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਗੁਰਮੁਖ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਗੁਰਮੁਖ ਪੰਥ ਚਲਾਏ ਚੱਲਣ ਭਾਣਿਆ। ਤੇ ਜਿਹੜੇ ਗੁਰਮੁਖ ਹੁੰਦੇ ਨੇ ਉਹ ਆਪਣੇ ਕੋਲ ਆਉਣ ਵਾਲਿਆਂ ਨੂੰ ਸਿੱਖਿਆ ਵੀ ਇਹੋ ਹੀ ਦਿੰਦੇ ਨੇ ਵੀ ਵਾਹਿਗੁਰੂ ਦੇ ਭਾਣੇ ਵਿੱਚ ਰਹੋ, ਭਾਣਾ ਹੀ ਸ੍ਰੇਸ਼ਟ ਹੈ, ਭਾਣਾ ਮੰਨੋ। ਭਾਣੇ ਦੇ ਵਿੱਚ ਰਹਿਣਾ ਸਿਖਾਉਂਦੇ ਨੇ। ਸਿਦਕ ਸਬੂਰੀ ਪਾਏ ਕਰ ਸੁਕਰਾਣਿਆ।
ਉਹਨਾਂ ਦੇ ਕੋਲ ਸਿਦਕ ਦਾ ਅਤੇ ਸੰਤੋਖ ਦਾ ਬੜਾ ਭਾਰੀ ਖਜ਼ਾਨਾ ਹੁੰਦਾ ਹੈ। ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਨ, ਕੋਈ ਗਿਲਾ ਨਹੀਂ ਕਰਦੇ ਵਾਹਿਗੁਰੂ ਤੇ, ਪ੍ਰਮਾਤਮਾ ਤੇ ਕੋਈ ਗਿਲਾ ਨਹੀਂ ਕਰਦੇ, ਕੋਈ ਤਾਨਾ ਮਿਹਣਾ ਨਹੀਂ ਦਿੰਦੇ ਪ੍ਰਮਾਤਮਾ ਨੂੰ ਆਪਣੇ ਦੁੱਖਾਂ ਦੀ ਬਾਬਤ, ਸ਼ੁਕਰ ਹੀ ਕਰਦੇ। ਗੁਰਮੁਖ ਅਲਖ ਲਿਖਾਏ ਚੋਜ ਵਿਡਾਣਿਆ, ਭਾਈ ਗੁਰਦਾਸ ਜੀ ਕਹਿੰਦੇ ਨੇ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਕੇ ਸਿਦਕ ਤੇ ਭਰੋਸੇ ਦੇ ਨਾਲ ਉਸ ਅਲਖ ਪਰਮਾਤਮਾ ਨੂੰ ਲਖ ਲੈਂਦੇ ਨੇ, ਭਾਵ ਜਿਹਨੂੰ ਜਾਣਿਆ ਨਹੀਂ ਜਾ ਸਕਦਾ, ਉਸ ਪਰਮਾਤਮਾ ਨੂੰ ਆਪਣੇ ਅੰਤਰ ਆਤਮੇ ਤੋਂ ਜਾਣ ਲੈਂਦੇ ਹਨ। ਇਹ ਅਚਰਜ ਕੌਤਕ ਹੈ। ਪਰ ਐਡੀ ਉੱਚੀ ਅਵਸਥਾ ਨੂੰ ਪ੍ਰਾਪਤ ਕਰਕੇ ਵੀ ਵਰਤਣ ਬਾਲ ਸੁਭਾਏ ਆਦ ਵਖਾਣਿਆ, ਭਾਈ ਗੁਰਦਾਸ ਜੀ ਕਹਿੰਦੇ ਐਡੀ ਉੱਚੀ ਅਵਸਥਾ ਹੋਣ ਦੇ ਬਾਵਜੂਦ ਵੀ ਬਾਲਕਾਂ ਵਾਂਗੂ ਆਪਣਾ ਸੁਭਾਅ ਬਣਾ ਕੇ ਰਹਿੰਦੇ ਨੇ। ਆਦ ਤੋਂ ਵਖਾਣਿਆ ਭਾਵ ਸ਼ੁਰੂ ਤੋਂ ਹੀ ਐਸਾ ਹੀ ਕਥਨ ਉਹਨਾਂ ਦਾ ਸੁਭਾਅ ਹੋ ਜਾਂਦਾ ਹੈ। ਹਰਖ ਸੋਗ ਤੋਂ ਪਰੇ ਰਹਿੰਦੇ ਹਨ। ਵੈਰੀ ਮੀਤ ਇੱਕ ਸਮਾਨ ਹੁੰਦੇ ਨੇ ਉਹਨਾਂ ਵਾਸਤੇ। ਬੱਚਿਆਂ ਵਾਂਗੂ ਸੁਭਾਅ ਉਹਨਾਂ ਦਾ ਨਿਰਲੇਪ ਨਿਰਮਲ ਹੁੰਦਾ ਹੈ, ਔਰ ਆਪਣਾ ਆਪ ਨਹੀਂ ਜਣਾਉਂਦੇ। ਸਾਧ ਸੰਗਤ ਲਿਵਲਾਏ ਸੱਚ ਸੁਹਾਣਿਆ, ਸਾਧ ਸੰਗਤ ਦੇ ਵਿੱਚ ਪ੍ਰੀਤ ਲਾਈ ਰੱਖਦੇ ਹਨ। ਉਹਨਾਂ ਨੂੰ ਸੱਚ ਹੀ ਚੰਗਾ ਲੱਗਦਾ ਹੈ, ਸੱਚ ਤੋਂ ਬਿਨਾਂ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਜੀਵਨ ਮੁਕਤ ਕਰਾਏ ਸ਼ਬਦ ਸਿਆਣਿਆ, ਜੀਵਨ ਮੁਕਤ ਹੋ ਕੇ ਸ਼ਬਦ ਬ੍ਰਹਮ ਨੂੰ ਹੀ ਸਾਰੇ ਪਾਸੇ ਜਾਣਦੇ ਹਨ, ਇੱਕ ਪਰਮਾਤਮਾ ਨੂੰ ਸਾਰੇ ਪਾਸੇ ਰਮਿਆ ਹੋਇਆ ਜਾਣਦੇ ਹਨ। ਗੁਰਮੁਖ ਆਪ ਗਵਾਏ ਆਪ ਪਛਾਣਿਆ। ਹੁਣ ਇਹ ਅਵਸਥਾ ਕਿਵੇਂ ਮਿਲੀ, ਕਿਵੇਂ ਪ੍ਰਾਪਤ ਹੋਈ ਜੀ? ਕਈ ਸਵਾਲ ਕਰਨ ਵਾਲੇ ਕਰਦੇ ਸਵਾਲ, ਸੰਤ ਕਿਵੇਂ ਬਣਦੇ, ਗੁਰਮੁਖ ਕਿਵੇਂ ਬਣਦੇ? ਬਾਣੀ ਵਿੱਚ ਮਾਰੀ ਕਹਿੰਦੇ ਨੇ ਜੀ ਆਪ ਗਵਾਈਏ ਤਾਂ ਸੋ ਪਾਈਏ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਆਪ ਗਵਾਏ, ਆਪਣਾ ਹਉ ਭਾਵ ਗਵਾ ਕੇ ਆਪ ਪਛਾਣਿਆ। ਸੱਚ ਨੂੰ ਉਹਨਾਂ ਨੇ ਪਛਾਣਿਆ ਹੈ, ਜੋ ਉਹਨਾਂ ਦਾ ਅਸਲ ਸੱਚ, ਅਸਲ ਆਪਾ ਹੈ। ਇਸ ਤਰੀਕੇ ਨਾਲ ਚੱਲ ਕੇ ਉਹਨਾਂ ਨੇ ਆਪਣੇ ਆਪ ਨੂੰ ਪਹਿਚਾਣਿਆ। ਸੋ ਐਸੇ ਜੀਵਨ ਮੁਕਤ ਮਹਾਂਪੁਰਖ ਜਿਨ੍ਹਾਂ ਦੀ ਬਾਬਤ ਆਪ ਜੀ ਬੜੇ ਸੁੰਦਰ ਬਚਨ ਉਹਨਾਂ ਦੀ ਜਨਮ ਸਾਖੀ ਦੇ, ਜੀਵਨ ਸਾਖੀ ਦੇ ਸਰਵਣ ਕਰਦੇ ਆ ਰਹੇ ਹੋ। ਸੰਤ ਬਾਬਾ ਜਵਾਲਾ ਸਿੰਘ ਜੀ, ਜਿਨ੍ਹਾਂ ਦੇ ਕੱਲ ਆਪ ਜੀਆਂ ਨੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨਾਲ ਮਿਲਾਪ ਦੀ ਕਥਾ ਸਰਵਣ ਕੀਤੀ ਸੀ ਵੀ ਕਿਸ ਤਰ੍ਹਾਂ ਸੰਤ ਮਹਾਰਾਜ ਹਰਖਵਾਲ ਵਾਲੇ ਰਾੜਾ ਸਾਹਿਬ ਸੰਤ ਬਾਬਾ ਈਸ਼ਰ ਸਿੰਘ ਜੀ ਤੇ ਇਹਨਾਂ ਦੇ ਪਿਆਰ ਭਰੇ ਸੱਦੇ ਤੇ ਗਏ ਔਰ ਉਹਨਾਂ ਦੇ ਨਾਲ ਪਿਆਰ ਭਰੀਆਂ ਵਿਚਾਰਾਂ ਹੋਈਆਂ ਔਰ ਮਹਾਂਪੁਰਸ਼ਾਂ ਦੇ ਬਚਨਾਂ ਨਾਲ ਕਿਸ ਤਰ੍ਹਾਂ ਸੰਤ ਈਸ਼ਰ ਸਿੰਘ ਜੀ ਨੇ ਕਿੰਨੇ ਕਿੰਨੇ ਸਾਲ ਦੀ ਕਠਨ ਘਾਲਣਾ ਘਾਲੀ। ਤੋ ਇਸ ਤਰ੍ਹਾਂ ਨਾਲ ਇਹ ਗੁਰਮੁਖਾਂ ਦਾ ਆਪਸ ਵਿੱਚ ਪਿਆਰ, ਮਹਾਂਪੁਰਖਾਂ ਦਾ ਆਪਸ ਵਿੱਚ ਪਿਆਰ, ਪ੍ਰਾਤਨ ਸਾਧੂਆਂ ਦਾ ਆਪਸ ਦੇ ਵਿੱਚ ਸਨੇਹ ਕਿਤਨਾ ਸੀ। ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਪਿਆਰ ਦੇ ਸਹਿਤ ਮੇਲ ਮਿਲਾਪ ਆਪਸ ਵਿੱਚ ਰੱਖਿਆ ਜਾਂਦਾ ਸੀ। ਸੋ ਇਸ ਤਰ੍ਹਾਂ ਹੁਣ ਅੱਜ ਜੋ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ, ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖਵਾਲ ਵਾਲੇ, ਉਹਨਾਂ ਦੇ ਪਾਸ ਹਮੇਸ਼ਾ ਰਹਿਣ ਵਾਲੇ ਬੜੀ ਮਹਾਨ ਆਤਮਾ, ਮਹਾਨ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਬਤਾਲੇ ਨਗਰ ਵਾਲੇ, ਜਿਨ੍ਹਾਂ ਨੂੰ ਹਰਖਵਾਲ ਵਾਲੇ ਕਹਿ ਕੇ ਯਾਦ ਕੀਤਾ ਜਾਂਦਾ ਹੈ, ਉਹਨਾਂ ਮਹਾਂਪੁਰਖਾਂ ਦੀ ਵੀ ਅਵਸਥਾ ਬਹੁਤ ਉੱਚੀ ਸੀ।
पर संसारी लोगों नूं इन्हां चीज़ां दा बहुता ज्ञान नहीं हुंदा ते संसारी लोग कई बारी रब दे प्यारिਆਂ दे कोलों असीस लैण दी बजाए कोई ना कोई ऐसा वचन कढ़ा लेंदे ने जिहदे करके संसारी बंदे नूं, दुनियावी बंदे नूं नुकसान झल्लना पै जाता है। क्योंकि जो संसारी लोग हुंदे ने वो अपने हिसाब दे नाल सोचदे, जिवें पिछले दिनां दे विच आप जी ने सरवण कीता सी भी एक सरदार ने आके कहा सी, संत जी तुहाडे साडे च की फर्क? ते संतां महापुरखां ने संत नगीना सिंह जी दे राहीं समझाया सी भी तुहाडे साडे च की फर्क है। सो इस प्रकार एक बारी संत बाबा ज्वाला सिंह जी महाराज बार दे इलाके विच गए हुए, मिंट कुमरी जिला, उत्थे एक बड़ा माया दा हंकारी 5 मरबियां दा मालिक सी, नंबरदार। वो रोज़ आया करे, संतां नूं संगत दे विच बैठियां नूं टिचरां करया करे। शास्त्र दा कथन है, संतन सेती मशकरी कुल डोबण की रीत। बाणी दे विच जिक्र आउंदा, कहंदे दुर्भाषा स्यों करत ठगौरी जादवे फल पाए। जादवां दे लड़कियां ने दुर्भाषा ऋषि दे नाल मखौल कीता सी, कुल नाश हो गई सी। रब दे प्यारिਆਂ ਨੂੰ जे मुख तो चंगा नहीं कह सकते, माड़ा भी नहीं कहना चाहिए। डर के रहना चाहिए, कोई पता नहीं किहड़े वेले मुख चों किहड़ा वचन कर जाना। किसी साधु की की अवस्था है, किसी महापुरख दे मुख तो निकले हुए वचन, उहदी मुख तो निकली हुई पुकार दरगाहे प्रवान हो जाए तो फिर तो कोई टिकाणा नहीं ना जी। इस करके डर के रहना चाहिए हमेशा। हुण वो नंबरदार माया दे हंकार दे विच आया करे, संत महापुरख संगत दे विच बैठिया होया करन, ते बाबा ईश्वर सिंह जी नूं टिचर करके कहा करे, बजुर्गा कोई अंतरजामता दी गल भी हैगी तेरे कोले? कोई अंतरजामता सुना, कोई अंदरली गल दस कोई। हस के जदों महापुरखां नूं टिचर करया करे ते संत बाबा ईश्वर सिंह जी महाराज ਉਹਦੇ ਵੱਲ देख के मुस्कुरा के चुप करिया रहा करन, कुछ ना क्या करन क्यों। 3-4 वारी आया, संगत महापुरुषां दे चरनां 'च बैठी होया करे, वो फिर आके कहा करे, महापुरुष सहजे कीते किसी दा पड़दा नहीं चकदे। पता सब कुछ हुंदा, जानदे सब कुछ हुंदे ने, पर महापुरख संसारी लोगों वर्गे नहीं हुंदे। उन्हां दे अंदर बहुत सबर ते सिदक हुंदा है। हुण जो बचन आप जी नूं गुरबाणी दा प्रमाण दिता, दुर्भाषा स्यों करत ठगौरी। दुर्भाषा ऋषि श्री कृष्ण महाराज दे गुरुदेव सीगे जिहड़े, उन्हां दे कोल यादवां दे नौजवान इकट्ठे हो के मखौल करन वास्ते चले गए। उन्हां विचों एक लड़के नूं बीबियां वाले कपड़े पवा दिते भी देखिए संतां नूं पता लगदा कि नहीं पता लगदा, उन्हां नूं अंतरजामता है कि नहीं है, पता लगूगा, चलो देखिए। वो बीबियां वाले कपड़े पवा लए ते एक लोहे दा बाटा उहदे पेट दे उत्ते, ढिड दे उत्ते बंन दित्ता। ते जदों महापुरखां नूं जाके मत्था टेकिया, नमस्कार कीती, ते दुर्भाषा ऋषि बच्चों उन्होंने नौजवानों नूं कहण लगा, आओ बई जल पानी छको ते अपना काम करो, जाओ तुसी साडे कोल की करन आए हैं। ते हुण वो नौजवान कहण लगे, महाराज असी चले जावांगे पर साडा एक काम तां कर दिओ। की गल? महाराज लड़की दे बच्चा होने वाला दसो भी लड़की होएगी कि लड़का होएगा?
ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਦੁਰਵਾਸਾ ਰਿਸ਼ੀ ਕਹਿੰਦੇ ਜਾਓ, ਰੱਬ ਦੇ ਪਿਆਰਿਆਂ ਨੂੰ ਟਿਚਰਾਂ ਨਹੀਂ ਕਰੀਦੀਆਂ, ਮਖੌਲ ਨਹੀਂ ਕਰੀਦਾ ਹੁੰਦਾ, ਨੁਕਸਾਨ ਹੋ ਜਾਂਦਾ ਹੁੰਦਾ। ਕਹਿੰਦੇ ਨਾ ਮਹਾਰਾਜ, ਤੁਸੀਂ ਤਾਂ ਅੰਤਰਜਾਮੀ ਹੋ, ਤੁਹਾਨੂੰ ਤਾਂ ਭੂਤ ਭਵਿੱਖਤ ਵਰਤਮਾਨ ਸਭ ਕੁਝ ਦਾ ਪਤਾ ਹੈ। ਦੱਸੋ ਤਾਂ ਸਹੀ, ਲੜਕਾ ਹੋਏਗਾ ਕਿ ਲੜਕੀ ਹੋਏਗੀ? ਦੂਜੀ ਵਾਰੀ ਫੇਰ ਰਿਸ਼ੀ ਜੀ ਨੇ ਕਹਿਤਾ, ਜਾਓ ਬੱਚਿਓ, ਚਲੇ ਜਾਓ ਇੱਥੋਂ, ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ, ਰੱਬ ਦੇ ਪਿਆਰਿਆਂ ਨੂੰ ਟਿਚਰਾਂ ਨਹੀਂ ਕਰੀਦੀਆਂ, ਰੱਬ ਦੇ ਪਿਆਰਿਆਂ ਨੂੰ ਮਖੌਲ ਨਹੀਂ ਕਰੀਦਾ। ਉਹਨਾਂ ਨੇ ਤੀਜੀ ਵਾਰੀ ਫੇਰ ਕਹਿਤਾ, ਤੁਸੀਂ ਰਿਸ਼ੀ ਕਾਹਦੇ ਹੋ, ਤੁਸੀਂ ਸੰਤ ਕਾਹਦੇ ਹੋ, ਤੁਹਾਨੂੰ ਕੁਝ ਵੀ ਨਹੀਂ ਪਤਾ। ਅਸੀਂ ਤਾਂ ਜਾਵਾਂਗੇ ਜਦੋਂ ਤੁਸੀਂ ਦੱਸੋਗੇ ਵੀ ਇਸ ਲੜਕੀ ਦੇ ਲੜਕਾ ਹੋਊਗਾ ਕਿ ਲੜਕੀ ਹੋਊਗੀ। ਰਿਸ਼ੀ ਜੀ ਨੂੰ ਉਸ ਵੇਲੇ ਕ੍ਰੋਧ ਆਇਆ ਤੇ ਗੁੱਸੇ ਦੇ ਵਿੱਚ ਦੁਰਵਾਸਾ ਰਿਸ਼ੀ ਕਹਿਣ ਲੱਗਾ, ਜਾਓ, ਇਹਦੇ ਵਿੱਚੋਂ ਉਹ ਹੋਏਗਾ ਜਿਹੜਾ ਤੁਹਾਡੀ ਕੁੱਲ ਦਾ ਨਾਸ਼ ਕਰੇਗਾ। ਇੱਕਦਮ ਭੈ ਭੀਤ ਹੋ ਗਏ, ਡਰ ਗਏ, ਭੱਜ ਗਏ ਉੱਥੋਂ। ਜਾ ਕੇ ਸ੍ਰੀ ਕ੍ਰਿਸ਼ਨ ਜੀ ਨੂੰ ਦੱਸਿਆ, ਕਹਿੰਦੇ ਜੀ ਆਹ ਗਲਤੀ ਸਾਡੇ ਕੋਲ ਹੋ ਗਈ, ਇਹਦਾ ਹੁਣ ਪਤਾ ਨਹੀਂ ਫਲ ਕੀ ਮਿਲਣਾ। ਤੇ ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਵੀ ਜਿਹੜਾ ਹੁਣ ਵਚਨ ਹੋ ਗਿਆ, ਇਹ ਵਚਨ ਤਾਂ ਵਸ਼ ਪੂਰਾ ਹੋਣਾ ਹੈ, ਇਹ ਵਚਨ ਤਾਂ ਅਧੂਰਾ ਨਹੀਂ ਰਹਿਣਾ, ਇਹ ਵਚਨ ਤਾਂ ਪੂਰਾ ਹੋ ਕੇ ਰਹੂ। ਉਹਨਾਂ ਲੜਕਿਆਂ ਨੇ ਉਹ ਜਿਹੜਾ ਲੋਹੇ ਦਾ ਬਾਟਾ ਬੰਨਿਆ ਹੋਇਆ ਸੀ, ਉਹਨੂੰ ਇੱਕ ਨਦੀ ਦੇ ਕੰਢੇ ਤੇ ਬੈਠ ਕੇ ਪੱਥਰਾਂ ਦੇ ਉੱਤੇ ਘਸਾ ਘਸਾ ਕੇ ਉਹਨੂੰ ਚੂਰਾ ਬਣਾਤਾ। ਪਰ ਇੱਕ ਛੋਟੀ ਜਿਹੀ ਕੈਂਤਰ, ਛੋਟਾ ਜਿਹਾ ਟੁਕੜਾ ਲੋਹੇ ਦਾ ਤਿੱਖਾ, ਉਹ ਬਚ ਗਿਆ। ਘਸਾਉਂਦਿਆਂ ਤੇ ਹੱਥ ਵਿੱਚੋਂ ਤਿਲਕ ਕੇ ਪਾਣੀ ਦੇ ਵਿੱਚ ਜਾ ਡਿੱਗਿਆ। ਇੱਕ ਮੱਛੀ ਨੇ ਨਿਗਲ ਲਿਆ। ਉਹ ਮੱਛੀ ਸ਼ਿਕਾਰੀ ਦੇ ਫੰਦਕ ਦੇ ਹੱਥ ਵਿੱਚ ਆਈ, ਮਛੇਰੇ ਦੇ ਹੱਥ ਵਿੱਚ ਆਈ। ਉਹਨੇ ਉਸ ਮੱਛੀ ਦੇ ਅੰਦਰੋਂ ਜਿਹੜਾ ਉਹ ਟੁਕੜਾ ਨਿਕਲਿਆ, ਉਹਨੂੰ ਆਪਣੇ ਤੀਰ ਦੇ ਨਾਲ ਜੜਿਆ। ਤੀਰ ਦੇ ਨਾਲ ਜੜ ਕੇ ਫਿਰ ਯਾਦਵਾਂ ਦੀ ਕੁੱਲ, ਬਾਕੀ ਸਾਰੇ ਖਤਮ ਹੋ ਗਏ। ਸ੍ਰੀ ਕ੍ਰਿਸ਼ਨ ਮਹਾਰਾਜ ਉਦਾਸ ਹੋ ਕੇ ਉਹ ਚਲੇ ਗਏ ਜੰਗਲ ਨੂੰ। ਜਾਏ ਸੁੱਤਾ ਪ੍ਰਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੀ। ਭਾਈ ਗੁਰਦਾਸ ਜੀ ਲਿਖਦੇ ਨੇ, ਇਹ ਦਰਖਤ ਦੇ ਨਾਲ ਢਾਸਣਾ ਲਾ ਕੇ ਗੋਡੇ ਉੱਤੇ ਪੈਰ ਰੱਖ ਕੇ ਸ੍ਰੀ ਕ੍ਰਿਸ਼ਨ ਮਹਾਰਾਜ ਪਏ ਸੀ। ਇਧਰੋਂ ਉਹੀ ਸ਼ਿਕਾਰੀ ਸ਼ਿਕਾਰ ਲੱਭਦਾ ਹੋਇਆ ਜੰਗਲ ਦੇ ਵਿੱਚ ਫਿਰ ਰਿਹਾ ਸੀ। ਹੁਣ ਦੂਰੋਂ ਜਿਸ ਵੇਲੇ ਉਹਨੇ ਦੇਖਿਆ, ਦੂਰੋਂ ਦੇਖ ਕੇ ਉਹਨੂੰ ਲੱਗਿਆ ਵੀ ਹਿਰਨ ਹੈ, ਕਿਉਂਕਿ ਸ੍ਰੀ ਕ੍ਰਿਸ਼ਨ ਮਹਾਰਾਜ ਦੇ ਪੈਰ ਦੇ ਵਿੱਚ ਪਦਮ ਸੀ, ਵੀ ਹਿਰਨ ਹੈ ਇਹ। ਹੁਣ ਦੂਰੋਂ ਬਾਣ ਮਾਰਿਆ ਜੋ ਕਿ ਫਿਰ ਸ੍ਰੀ ਕ੍ਰਿਸ਼ਨ ਜੀ ਦੇ ਲੱਗਿਆ। ਜਾਦਵੰਤ ਦੀ ਕੁੱਲ ਦੇ ਵਿੱਚੋਂ ਅਖੀਰ ਤੇ ਕ੍ਰਿਸ਼ਨ ਜੀ ਬਚੇ ਹੋਏ ਸੀ, ਤੇ ਉਹ ਬਾਣ ਲੱਗਣ ਦੇ ਨਾਲ ਫਿਰ ਕ੍ਰਿਸ਼ਨ ਜੀ ਦੀ ਮੌਤ ਹੋਈ ਸੀ। ਸੋ ਭਾਵ ਕਹਿਣ ਤੋਂ ਇਹ ਹੈ, ਰੱਬ ਦੇ ਪਿਆਰਿਆਂ ਦੀ ਸੇਵਾ ਕਰਕੇ, ਰੱਬ ਦੇ ਪਿਆਰਿਆਂ ਦੀ ਸ਼ਰਧਾ ਭਾਵਨਾ ਦੇ ਨਾਲ ਮੁੱਠੀ ਚਾਪੀ ਕਰਕੇ ਅਸੀਸ ਲਈ ਜਾਵੇ, ਪਰ ਕਦੇ ਰੱਬ ਦੇ ਪਿਆਰੇ ਸੰਤਾਂ ਸਾਧੂਆਂ ਨੂੰ ਮਖੌਲ ਕਰਕੇ, ਟਿੱਚਰ ਕਰਕੇ, ਬਦਸਲੂਕੀ ਕਰਕੇ ਕੋਈ ਇਹੋ ਜਿਹਾ ਬਚਨ ਨਾ ਕਢਾਇਆ ਜਾਵੇ ਜਿਹਦਾ ਖਮਿਆਜ਼ਾ ਕਈ ਪੀੜ੍ਹੀਆਂ ਨੂੰ ਭੁਗਤਣਾ ਪਵੇ। ਇੱਦਾਂ ਹੁੰਦਾ ਹੈ ਜਦੋਂ ਰੱਬ ਦੇ ਪਿਆਰੇ ਕੋਈ ਬੋਲ ਕੱਢ ਦਿੰਦੇ ਨੇ, ਕੋਈ ਅਚਨਚੇਤ ਮੁੱਖੋਂ ਨਿਕਲ ਜਾਂਦਾ ਬਚਨ, ਉਹ ਹਮੇਸ਼ਾ ਸੱਚ ਹੁੰਦਾ ਹੈ। ਉਹਨੂੰ ਕੋਈ ਬਦਲ ਨਹੀਂ ਸਕਦਾ, ਫਿਰ ਉਹਨੂੰ ਕੋਈ ਮੋੜ ਨਹੀਂ ਸਕਦਾ। ਅੰਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਦਾ, ਚਾਰ ਬਿਨਾਸੀ ਖਟਹਿ ਬਿਨਾਸੀ, ਇੱਕ ਸਾਧ ਬਚਨ ਨਿਹ ਚਲਾਦਾ। ਪਰ ਸੰਸਾਰੀ ਲੋਕ ਇਹ ਗੱਲ ਕਿੱਥੋਂ ਸਮਝਦੇ ਨੇ, ਕਿੱਥੋਂ ਜਾਣਦੇ ਨੇ। ਜਿੰਨਾ ਚਿਰ ਤੱਕ ਚੋਟ ਨਾ ਵੱਜੇ, ਜਿੰਨਾ ਚਿਰ ਤੱਕ ਸੱਟ ਨਾ ਵੱਜੇ, ਕਿੱਥੇ ਸਮਝ ਆਉਂਦੀ ਇਹਨਾਂ ਲੋਕਾਂ ਨੂੰ। ਤੋ ਸਾਧ ਸੰਗਤ,
ਹੁਣ ਉਹ ਜਿਹੜਾ ਨੰਬਰਦਾਰ ਸੀ ਬਾਬਾ ਈਸ਼ਰ ਸਿੰਘ ਜੀ ਨੂੰ ਰੋਜ਼ ਆ ਕੇ ਕਿਹਾ ਕਰੇ, ਬਾਬਾ ਬਜ਼ੁਰਗਾ ਕੋਈ ਅੰਤਰਜਾਮਤਾ ਦੀ ਗੱਲ ਦੱਸ, ਅੰਤਰਜਾਮਤਾ ਹੈ ਵੀ ਤੇਰੇ ਕੋਲੇ, ਐਵੇਂ ਲੋਕਾਂ ਤੋਂ ਮੱਥੇ ਟਿਕਾਈ ਜਾਂਦਾ। ਬਾਬਾ ਈਸ਼ਰ ਸਿੰਘ ਜੀ ਦਾ ਇੱਕ ਸੁਭਾਅ ਸੀ, ਉਹਨਾਂ ਦੀ ਸੇਵਾ ਦੇ ਵਿੱਚ ਬਾਬਾ ਜੋਧ ਸਿੰਘ ਜੀ ਸੇਵਾਦਾਰ ਹੁੰਦੇ ਸੀ। ਉਹਨਾਂ ਨੇ ਜੇ ਕਿਸੇ ਨੂੰ ਕੋਈ ਗੱਲ ਕਹਿਣੀ ਹੁੰਦੀ ਸੀ ਤਾਂ ਜੋਧ ਸਿੰਘ ਦੇ ਰਾਹੀਂ ਕਹਿੰਦੇ ਸੀ, ਕਹਿਣੀ ਜੋਧ ਸਿੰਘ ਨੂੰ, ਸੁਣਾਉਣੀ ਅਗਲੇ ਨੂੰ। ਤਾਂ ਉਸ ਵੇਲੇ ਜਾਂ ਤੀਜੇ ਚੌਥੇ ਦਿਨ ਫੇਰ ਨੰਬਰਦਾਰ ਨੇ ਆ ਕੇ ਇੱਦਾਂ ਹੀ ਮਹਾਂਪੁਰਖਾਂ ਨੂੰ ਕਿਹਾ, ਸੰਤਾਂ ਨੂੰ ਕਿਹਾ, ਬਾਬਾ ਬਜ਼ੁਰਗਾ ਕੋਈ ਅੰਤਰਜਾਮਤਾ ਹੈਗੀ? ਤਾਂ ਉਸ ਵੇਲੇ ਬਾਬਾ ਈਸ਼ਰ ਸਿੰਘ ਜੀ ਬਾਬਾ ਜੋਧ ਸਿੰਘ ਵੱਲ ਨੂੰ ਦੇਖ ਕੇ ਕਹਿੰਦੇ, ਭਾਊ ਇਹਨੂੰ ਪੁੱਛ ਵੀ ਤੇਰੇ ਘਰ ਦਾ ਦਰਵਾਜ਼ਾ ਚੜ੍ਹਦੇ ਸੂਰਜ ਵੱਲ ਨੂੰ, ਚੜ੍ਹਦੇ ਪਾਸੇ ਨੂੰ ਆ? ਹੁਣ ਜਵਾਬ ਦਿੱਤਾ, ਕਹਿੰਦਾ ਹਾਂ ਮੇਰੇ ਘਰ ਦਾ ਦਰਵਾਜ਼ਾ ਚੜ੍ਹਦੇ ਪਾਸੇ ਨੂੰ ਹੀ ਆ। ਇਹ ਕਹਿੰਦਾ ਕਿਹੜੀ ਵੱਡੀ ਗੱਲ ਅੰਤਰਜਾਮਤਾ ਵਾਲੀ ਕੀਤੀ, ਇਹ ਤਾਂ ਕਿਸੇ ਕੋਲੋਂ ਤੇ ਪੁੱਛ ਲਿਆ ਹੋਣਾ। ਮਹਾਂਪੁਰਖ ਫੇਰ ਕਹਿੰਦੇ, ਭਾਊ ਇਹਨੂੰ ਪੁੱਛ ਤੇਰੇ ਘਰ ਦੇ ਸੱਜੇ ਪਾਸੇ ਇੱਕ ਪਿੱਪਲ ਦਾ ਦਰਖਤ ਵੀ ਹੈਗਾ? ਉਹ ਕਹਿੰਦਾ ਹਾਂ ਹੈਗਾ, ਉਹ ਵੀ ਦਰਖਤ ਵੀ। ਇਹ ਕਿੱਡੀ ਕੁ ਅੰਤਰਜਾਮਤਾ ਵਾਲੀ ਗੱਲ ਦੱਸੀ, ਇਹ ਤਾਂ ਕਿਸੇ ਕੋਲੋਂ ਪੁੱਛ ਕੇ ਪਤਾ ਲੱਗ ਗਿਆ ਹੋਊ। ਫੇਰ ਗਾਹਾਂ ਬਾਬਾ ਜੀ ਕਹਿੰਦੇ, ਭਾਊ ਇਹਨੂੰ ਪੁੱਛ ਪਿੱਪਲ ਦੇ ਨਾਲ ਲੱਗਦਾ ਸੁਨਿਆਰਿਆਂ ਦਾ ਘਰ ਹੈਗਾ ਰਾਮ ਰਤਨ ਦਾ? ਕਹਿੰਦਾ ਹਾਂ ਹੈਗਾ। ਇਹ ਕਿੱਡੀ ਕੁ ਵੱਡੀ ਅੰਤਰਜਾਮਤਾ। ਮਹਾਂਪੁਰਖ ਕਹਿਣ ਲੱਗੇ, ਕੋਈ ਤੂੰ ਵੱਡਾ ਲੰਬਰਦਾਰ ਬਣਿਆ ਫਿਰਦਾ ਹੈ, ਤੂੰ ਉਸ ਸੁਨਿਆਰੇ ਰਾਮ ਰਤਨ ਦਾ ਮੁੰਡਾ ਹੈ। ਬੜੀ ਸ਼ਰਮਿੰਦਗੀ ਹੋਈ ਜਦੋਂ ਮਹਾਂਪੁਰਖਾਂ ਨੇ ਆਹ ਗੱਲ ਕਹਿਤੀ। ਜਿੰਨੀ ਸੰਗਤ ਬੈਠੀ ਸੀ, ਜਿੰਨੇ ਮਾਈ ਭਾਈ ਬੈਠੇ ਸੀ, ਸਭ ਖੜਕਿੱਲੀ ਮਾਰ ਕੇ ਹੱਸ ਪਏ ਸਾਰੇ। ਤਾਂ ਹੁਣ ਉਹ ਚੁੱਪ ਵੱਟ ਕੇ ਉਹਨੂੰ ਉੱਥੋਂ ਨੱਠਣਾ ਹੀ ਪਿਆ ਵੀ ਆਹ ਅੰਤਰਜਾਮਤਾ, ਇਹੋ ਜਿਹਾ ਬਚਨ ਤੁਸੀਂ ਮਹਾਂਪੁਰਖ ਹੀ ਕਰ ਸਕਦੇ ਸੀ। ਸ਼ਰਮਿੰਦੇ ਹੋਣਾ ਪਿਆ, ਭੱਜਣਾ ਪਿਆ। ਜੇ ਨਾ ਜਾਂਦਾ ਹੋਰ ਪਤਾ ਨਹੀਂ ਕਿਹੜਾ ਕੋਈ ਬਚਨ ਹੋਰ ਨਿਕਲ ਜਾਂਦਾ ਮਹਾਂਪੁਰਖਾਂ ਦੇ ਮੁਖ ਤੋਂ। ਸੋ ਇਸ ਤਰ੍ਹਾਂ ਨਾਲ ਰੱਬ ਦੇ ਪਿਆਰਿਆਂ ਦੇ ਨਾਲ ਕਦੇ ਵੀ ਮੱਥਾ ਨਾ ਲਾਈਏ। ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚ ਝੁਕ ਕੇ ਸੇਵਾ ਕਰਕੇ ਕੋਈ ਅਸੀਸ ਲਈ ਜਾ ਸਕਦੀ ਹੈ। ਔਰ ਮਹਾਂਪੁਰਖਾਂ ਦੀ ਅਸੀਸ ਪੀੜ੍ਹੀਆਂ ਤੱਕ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ। ਫਿਰ ਜਿੱਥੇ ਮਹਾਂਪੁਰਸ਼ਾਂ ਦੀ ਅਸੀਸ ਹੋਵੇ, ਤੇ ਜੇ ਕੋਈ ਮਹਾਂਪੁਰਖਾਂ ਨਾਲ, ਰੱਬ ਦੇ ਪਿਆਰਿਆਂ ਨਾਲ ਮੱਥਾ ਲਾ ਲਵੇ, ਤਾਂ ਜੇ ਕੋਈ ਇਹੋ ਜਿਹਾ ਬਚਨ ਮਹਾਂਪੁਰਖ ਕਰ ਦੇਣ ਤਾਂ ਉਹ ਬਚਨ ਦਾ ਅਸਰ ਵੀ ਪੀੜ੍ਹੀਆਂ ਤੱਕ ਰਹਿੰਦਾ ਹੈ। ਉਹ ਬਚਨ ਵੀ ਨਹੀਂ ਟਲਦਾ। ਇੱਕ ਨਗਰ ਡਮੇਲੀ ਪਿੰਡ ਪੈਂਦਾ ਫਗਵਾੜੇ ਲਾਗੇ। ਉੱਥੇ ਕੋਈ ਮਹਾਤਮਾ ਆਏ ਤੇ ਅੱਗੀ ਬਰਾਗੀ ਮਹਾਂਪੁਰਖ ਬਰਕਤ ਸਾਧੂ ਤੁਰੇ ਜਾਂਦੇ। ਕਿਸੇ ਜ਼ਿਮੀਂਦਾਰ ਨੇ ਬੇਲਣਾ ਲਾਇਆ ਹੋਇਆ ਗੰਨੇ ਪੀੜ ਰਿਹਾ ਸੀ। ਸੰਤਾਂ ਦੇ ਫੁਰਨਾ ਆਇਆ ਮਨ ਵਿੱਚ ਵੀ ਰਸ ਪੀ ਲਈਏ। ਸੰਤ ਉੱਥੇ ਬੇਲਣੇ ਤੇ ਆ ਗਏ। ਸੰਤ ਨੂੰ ਜ਼ਿਮੀਂਦਾਰ ਨੂੰ ਕਹਿੰਦੇ, ਸਾਨੂੰ ਰਸ ਪਿਲਾਓ ਜੀ। ਹੁਣ ਸੁਣਿਆ ਹੀ ਨਹੀਂ। ਦੂਜੀ ਵਾਰੀ ਫੇਰ ਸੰਤਾਂ ਨੇ ਥੋੜੇ ਚਿਰ ਬਾਅਦ ਕਿਹਾ, ਜ਼ਿਮੀਂਦਾਰਾ ਸਾਨੂੰ ਰਸ ਪਿਲਾ। ਹੁਣ ਫੇਰ ਨਾ ਸੁਣਿਆ। ਤੀਜੀ ਵਾਰੀ ਸੰਤਾਂ ਨੇ ਥੋੜੇ ਚਿਰ ਬਾਅਦ ਫੇਰ ਕਹਿਤਾ, ਅਸੀਂ ਜਾਣਾ ਹੈ ਭਾਈ, ਸਾਨੂੰ ਰਸ ਪਿਲਾ ਦੇ। ਜਦ ਤੀਜੀ ਵਾਰੀ ਇਦਾਂ ਸੰਤਾਂ ਨੇ ਕਿਹਾ, ਹੁਣ ਉਹ ਖਿਜਿਆ ਹੋਇਆ ਸੀ ਕੰਮਕਾਰ ਵਿੱਚ। ਖਿਜੇ ਹੋਏ ਨੇ ਸੰਤਾਂ ਨੂੰ ਕਿਹਾ, ਕਹਿੰਦਾ ਸਾਧਾ ਤੇਰੇ ਅੱਗ ਲੱਗੀ ਹੋਈ ਹੈ। ਐਡਾ ਵੱਡਾ ਬਚਨ ਕਹਿਤਾ। ਮਹਾਂਪੁਰਖ ਕਹਿੰਦੇ, ਚੰਗਾ ਅੱਗ ਸਾਡੇ ਤਾਂ ਨਹੀਂ ਲੱਗੀ, ਅੱਗ ਤਾਂ ਤੁਹਾਡੇ ਪਿੰਡ ਨੂੰ ਲੱਗਿਆ ਕਰੂ।
ਬਚਨ ਕਰਕੇ ਸਾਧੂ ਚਲੇ ਗਏ। ਹਰੇਕ ਸਾਲ ਜਦੋਂ ਫਸਲਾਂ ਪੱਕਣੀਆਂ ਅੱਗ ਲੱਗ ਜਾਇਆ ਕਰੇ, ਖਾਣ ਜੋਗੇ ਦਾਣੇ ਵੀ ਨਾ ਬਚਿਆ ਕਰਨ, ਸਾਰੇ ਪਿੰਡ ਦੀਆਂ ਕਣਕਾਂ ਸੜ ਕੇ ਸੁਆਹ ਹੋ ਜਾਇਆ ਕਰਨ। ਸਾਰਾ ਪਿੰਡ ਦੁਖੀ, ਗਲਤੀ ਇੱਕ ਦੀ ਸਾਰੇ ਪਿੰਡ ਨੂੰ ਸਜ਼ਾ ਮਿਲ ਰਹੀ। ਸਮਾਂ ਲੰਘਦਾ ਗਿਆ, ਕਈ ਸਾਲ ਬੀਤ ਗਏ, ਕਿਸੇ ਨੂੰ ਨਹੀਂ ਪਤਾ ਇਹ ਅੱਗ ਲੱਗਦੀ ਕਿਉਂ ਲੱਗਦੀ। ਸਮਾਂ ਬੀਤ ਗਿਆ, ਕਿਸੇ ਨੂੰ ਪਤਾ ਹੀ ਨਾ ਰਿਹਾ। ਉਸ ਜ਼ਿਮੀਂਦਾਰ ਨੇ ਤਾਂ ਕਿਸੇ ਨੂੰ ਕੀ ਦੱਸਣਾ ਸੀ। ਕੋਈ ਫੇਰ ਸਮਾਂ ਬੀਤਿਆ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ, 6ਵੇਂ ਪਾਤਸ਼ਾਹ ਨੇ ਉਸ ਨਗਰ ਵਿੱਚ ਚਰਨ ਪਾਏ। ਜਾਂ 6ਵੇਂ ਪਾਤਸ਼ਾਹ ਮਹਾਰਾਜ ਉੱਥੇ ਆਏ ਤੇ ਮਹਾਰਾਜ ਜੀ ਦੀ ਉਹਨਾਂ ਨੇ ਬੜੀ ਸੇਵਾ ਕੀਤੀ। ਉਸ ਪਿੰਡ ਵਾਲਿਆਂ ਨੇ, ਅਗਾਂਹ ਹੁਣ ਪੀੜ੍ਹੀਆਂ ਬਦਲ ਗਈਆਂ, ਬੜੀ ਸੇਵਾ ਕੀਤੀ ਪਿੰਡ ਵਾਲਿਆਂ ਨੇ। ਮਹਾਰਾਜ ਬੜੇ ਪ੍ਰਸੰਨ ਹੋਏ। ਆਪਣੇ ਕੱਦ ਦੇ ਬਰੋਬਰ ਮਹਾਰਾਜ ਨੇ ਉੱਥੇ ਥੰਮ ਗੰਡਾਇਆ ਔਰ ਇਹ ਬਚਨ ਵੀ ਦਿੱਤਾ, ਜਿਹੜਾ ਇਸ ਥੰਮ ਦੇ ਦਰਸ਼ਨ ਕਰੇਗਾ ਉਹਨੂੰ ਸਾਡੇ ਦਰਸ਼ਨਾਂ ਦਾ ਫਲ ਮਿਲੇਗਾ। ਉਹ ਥੰਮ ਅੱਜ ਵੀ ਹੈ, ਗੁਰਦੁਆਰਾ ਥੰਮ ਜੀ ਸਾਹਿਬ ਉਸ ਅਸਥਾਨ ਦਾ ਨਾਮ ਹੈ। ਹੋਰ ਬੜੇ ਵਰ ਦਿੱਤੇ, ਡਮੇਲੀ ਚਮੇਲੀ ਵਾਂਗ ਵਧੇਗਾ, ਬੜੇ ਵਰ ਬਖਸ਼ਿਸ਼ ਕੀਤੇ। ਪਰ ਡਮੇਲੀ ਦੇ ਲੋਕ ਉਦਾਸ ਬੈਠੇ। ਮਹਾਰਾਜ ਕਹਿੰਦੇ ਜਿੰਨੀਆਂ ਬਖਸ਼ਿਸ਼ਾਂ ਤੁਹਾਡੇ ਪਿੰਡ ਤੇ ਹੋ ਗਈਆਂ, ਜਿੰਨੇ ਵਰ ਤੁਹਾਡੇ ਪਿੰਡ ਨੂੰ ਮਿਲ ਗਏ, ਇੰਨੇ ਵਰ ਤਾਂ ਕਿਸੇ ਥਾਂ ਵੀ ਨਹੀਂ ਮਿਲੇ ਹੋਣੇ। ਤੁਸੀਂ ਫਿਰ ਵੀ ਉਦਾਸ ਬੈਠੇ ਹੋ। ਕਹਿੰਦੇ ਮਹਾਰਾਜ ਇੱਕ ਬਖਸ਼ਿਸ਼ ਕਰੋ। ਸਾਡੇ ਪਿੰਡ ਜਦੋਂ ਫਸਲਾਂ ਪੱਕਦੀਆਂ ਨੇ ਮਹਾਰਾਜ ਅੱਗ ਲੱਗ ਜਾਂਦੀ ਹੈ। ਅੱਗ ਵੀ ਇੰਨੀ ਭਿਆਨਕ ਲੱਗਦੀ ਹੈ ਇਹ ਬੁਝਾਇਆਂ ਤੇ ਬੁਝਦੀ ਨਹੀਂ ਹੈ। ਸਾਰੇ ਪਿੰਡ ਦੀਆਂ ਫਸਲਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ। ਮਹਾਰਾਜ ਅਸੀਂ ਤਾਂ ਦੁਖੀ ਬੜੇ ਆ, ਸਾਨੂੰ ਤਾਂ ਖਾਣ ਜੋਗੇ ਦਾਣੇ ਵੀ ਰਿਸ਼ਤੇਦਾਰਾਂ ਕੋਲੋਂ ਲਿਆਣੇ ਪੈਂਦੇ ਆ। ਮਹਾਰਾਜ ਇਹ ਅੱਗ ਲੱਗਣੋਂ ਹਟ ਜਾਵੇ। 6ਵੇਂ ਪਾਤਸ਼ਾਹ ਮਹਾਰਾਜ ਇਹਨਾਂ ਦਾ ਬਚਨ ਸੁਣ ਕੇ, ਬੇਨਤੀ ਸੁਣ ਕੇ ਨੇਤਰ ਬੰਦ ਕਰਕੇ ਬੈਠ ਗਏ। ਥੋੜੇ ਚਿਰ ਬਾਅਦ ਜਦ ਨੇਤਰ ਖੋਲੇ ਤੇ ਸਤਿਗੁਰਾਂ ਦੇ ਨੇਤਰਾਂ ਵਿੱਚ ਲਾਲੀ ਹੈ। ਬਹੁਤ ਜਲਾਲ ਦੇ ਵਿੱਚ ਸਤਿਗੁਰੂ ਆਏ ਗਏ। ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਨਗਰ ਨਿਵਾਸੀਓ, ਇਹ ਅੱਗ ਲੱਗਣੋਂ ਨਹੀਂ ਹਟ ਸਕਦੀ। ਕਹਿੰਦੇ ਮਹਾਰਾਜ ਇਹ ਕੀ ਗੱਲ। ਫਿਰ ਮਹਾਰਾਜ ਨੇ ਇਸ ਵਚਨ ਦਾ ਖੁਲਾਸਾ ਕੀਤਾ ਬਈ ਤੁਸੀਂ ਕਿਸੇ ਸਾਧੂ ਦੀ ਨਰਾਦਰੀ ਕੀਤੀ ਸੀ, ਤੁਸੀਂ ਕਿਸੇ ਸੰਤ ਦੀ ਨਰਾਦਰੀ ਕੀਤੀ ਸੀ। ਤੁਹਾਡੇ ਨਗਰ ਨਿਵਾਸੀ ਕਿਸੇ ਮੈਂਬਰ ਨੇ, ਕਿਸੇ ਜੀ ਨੇ ਮਹਾਂਪੁਰਖਾਂ ਨੂੰ ਇਹੋ ਜਿਹੇ ਮਾੜੇ ਵਚਨ ਬੋਲੇ ਸੀ ਤੇ ਮਹਾਂਪੁਰਖ ਵਚਨ ਕਰ ਗਏ। ਹੁਣ ਮਹਾਂਪੁਰਖਾਂ ਦਾ ਬੋਲਿਆ ਹੋਇਆ ਮਹਾਰਾਜ ਕਹਿੰਦੇ ਮੇਰੀ ਬੰਦੀ ਭਗਤ ਛੁਡਾਵੇ, ਬੰਦ ਹੈ ਭਗਤ ਨਾ ਛੁੱਟੈ ਮੋਹੇ। ਕਹਿੰਦੇ ਮੇਰੀ ਵੱਜੀ ਉਹਨੂੰ ਭਗਤ ਛੁਡਾ ਸਕਦਾ, ਭਗਤਾਂ ਦੀ ਵੱਜੀ ਨੂੰ ਮੈਂ ਨਹੀਂ ਛੁਡਾ ਸਕਦਾ। ਮੇਰੀ ਬੰਦੀ ਭਗਤ ਛੁਡਾਵੇ, ਬੰਦ ਹੈ ਭਗਤ ਨਾ ਛੁੱਟੈ ਮੋਹੇ। ਏਕ ਸਮੇਂ ਮੋਹ ਕੋ ਗਹਿ ਬੰਦ ਹੈ, ਤੋਫਨ ਮੋਹ ਪੈ ਜਵਾਬ ਨਾ ਹੋਏ। ਇਹ ਤਾਂ ਨਹੀਂ ਹੋ ਸਕਦਾ। ਕਹਿੰਦੇ ਮਹਾਰਾਜ ਫੇਰ ਤੁਹਾਡੇ ਬਚਨ ਕਿਵੇਂ ਸੱਤ ਹੋਣਗੇ, ਡਮੇਲੀ ਚਮੇਲੀ ਵਾਂਗ ਕਿਵੇਂ ਵਧੇਗਾ। ਹਜੂਰ ਮਹਾਰਾਜ ਪ੍ਰਸੰਨ ਹੋਏ। ਕਹਿੰਦੇ ਚੰਗਾ ਬਈ ਸੰਤ ਇਹ ਵਚਨ ਕਰ ਗਏ ਸੀ ਵੀ ਅੱਗ ਤੁਹਾਡੇ ਪਿੰਡ ਨੂੰ ਲੱਗਿਆ ਕਰੂ, ਪਰ ਇਹ ਨਹੀਂ ਸੀ ਵਚਨ ਉਹਨਾਂ ਨੇ ਕੀਤਾ ਵੀ ਅੱਗ ਫਸਲਾਂ ਨੂੰ ਲੱਗਿਆ ਕਰੂ। ਚੰਗਾ ਬਈ ਅੱਗ ਤਾਂ ਲੱਗਿਆ ਕਰੂ ਜ਼ਰੂਰ, ਪਰ ਹੁਣ ਤੁਹਾਡੀਆਂ ਫਸਲਾਂ ਨਹੀਂ ਸੜਿਆ ਕਰਨਗੀਆਂ। ਜਿਹੜੀ ਅੱਗ ਹੈ ਉਹ ਵਾਧੂ ਸਮਾਨ ਨੂੰ, ਕੂੜੇ ਕਰਕਟ ਨੂੰ, ਢੇਰਾਂ ਨੂੰ ਲੱਗ ਜਾਇਆ ਕਰੂ, ਪਰ ਤੁਹਾਡੇ ਫਸਲਾਂ ਦਾ ਨੁਕਸਾਨ ਨਹੀਂ ਹੋਇਆ ਕਰੂ। ਏਦਾਂ ਕਰਕੇ ਮਹਾਂਪੁਰਖਾਂ ਦਾ ਬਚਨ ਕੀਤਾ ਹੋਇਆ, ਮਹਾਂਪੁਰਖਾਂ ਦੇ ਵੱਲੋਂ ਕਹੇ ਹੋਏ ਬੋਲ ਸਤਿਗੁਰਾਂ ਨੇ ਫਿਰ ਉਸ ਪਿੰਡ ਦਾ ਭਲਾ ਕੀਤਾ ਤੇ ਬਚਾਅ ਕੀਤਾ। ਉਹ ਬਚਨ ਅੱਜ ਤਾਈਂ ਸੱਤ ਹੈ ਤੇ ਸਦਾ ਸੱਤ ਰਹਿਣਾ ਹੈ।
ਮਹਾਂਪੁਰਖਾਂ ਦੀ ਅਸੀਸ ਨੂੰ ਵੀ ਕੋਈ ਨਹੀਂ ਮੋੜ ਸਕਦਾ, ਤੇ ਮਹਾਂਪੁਰਖਾਂ ਵੱਲੋਂ ਜਿਹੜਾ ਮਿਲਿਆ ਹੋਇਆ ਕੋਈ ਇਹੋ ਜਿਹਾ ਬਚਨ ਹੋਵੇ ਉਹਨੂੰ ਵੀ ਕੋਈ ਟਾਲ ਨਹੀਂ ਸਕਦਾ। ਤੇ ਇਸ ਤਰ੍ਹਾਂ ਨਾਲ ਜਿੰਨਾ ਵੀ ਹੋ ਸਕੇ ਰੱਬ ਦੇ ਪਿਆਰਿਆਂ ਦਾ ਸਤਿਕਾਰ ਹੀ ਕਰਨਾ ਚਾਹੀਦਾ ਹੈ। ਜਿੰਨਾ ਵੀ ਹੋ ਸਕੇ ਰੱਬ ਦੇ ਪਿਆਰਿਆਂ ਨੂੰ ਹਮੇਸ਼ਾ ਆਦਰ ਹੀ ਦੇਣਾ ਚਾਹੀਦਾ ਹੈ। ਜੇ ਆਦਰ ਨਾ ਦੇ ਸਕੀਏ ਤੇ ਨਿਰਾਦਰ ਵੀ ਨਹੀਂ ਕਰਨਾ ਚਾਹੀਦਾ। ਤੋ ਆਓ ਅੱਗੇ ਹੁਣ ਮਹਾਂਪੁਰਖਾਂ ਦੇ ਪਵਿੱਤਰ ਜੀਵਨ ਦੀ ਵਿਚਾਰ, ਬਈ ਰੱਬ ਦੇ ਪਿਆਰੇ ਜਿਹੜੇ ਸੰਤ ਹੁੰਦੇ ਨੇ, ਮਹਾਂਪੁਰਖ ਹੁੰਦੇ ਨੇ, ਉਹ ਆਪਣੇ ਪਿਆਰ ਵਾਲਿਆਂ ਦੀ ਰੱਖਿਆ ਵੀ ਕਿਸ ਤਰ੍ਹਾਂ ਕਰਦੇ ਨੇ। ਇੱਕ ਸਰਦਾਰ ਬਰਿਆਮ ਸਿੰਘ ਸੰਤ ਮਹਾਰਾਜ ਦੇ ਨਾਲ ਬਹੁਤ ਪ੍ਰੇਮ ਕਰਨ ਵਾਲਾ ਸੇਵਾਦਾਰ ਸੀ। ਜਦੋਂ ਵੀ ਮਹਾਂਪੁਰਖ ਇਤਿਹਾਸਕ ਸਥਾਨਾਂ ਤੇ ਜਾਂਦੇ, ਅੰਮ੍ਰਿਤਸਰ ਸਾਹਿਬ ਜਾਂਦੇ ਦੀਵਾਲੀ ਤੇ, ਉੱਥੇ ਵੀ ਲੰਗਰ ਲਾਉਂਦੇ। ਤਰਨ ਤਾਰਨ ਸਾਹਿਬ ਜਾਂਦੇ ਮੱਸਿਆ ਤੇ, ਭਾਦਰੋਂ ਤੇ ਚੇਤ ਦੀ ਮੱਸਿਆ ਨੂੰ ਉੱਥੇ ਵੀ ਜ਼ਰੂਰ ਜਾ ਕੇ ਲੰਗਰ ਲਾਉਂਦੇ। ਫਿਰ ਇਸੇ ਤਰ੍ਹਾਂ ਨਨਕਾਣਾ ਸਾਹਿਬ ਹਰੇਕ ਸਾਲ ਲੰਗਰ ਲਾਉਂਦੇ ਮਹਾਂਪੁਰਖ। ਨਨਕਾਣਾ ਸਾਹਿਬ ਹਮੇਸ਼ਾ ਮਹਾਂਪੁਰਖ ਲੰਗਰ ਲਾਉਂਦੇ। ਹੋਲੇ ਮਹੱਲੇ ਤੇ ਵੀ ਜਾਂਦੇ, ਉੱਥੇ ਵੀ ਸ਼ਹੀਦੀ ਬਾਗ ਲੰਗਰ ਹੁੰਦਾ। 2 ਵਕਤ ਉੱਥੇ ਕਥਾ ਕੀਰਤਨ ਸਤਸੰਗ ਵੀ ਹੁੰਦਾ। ਚਮਕੌਰ ਸਾਹਿਬ, ਗੜ੍ਹੀ ਸਾਹਿਬ ਗੁਰਦੁਆਰੇ ਅਖੰਡ ਪਾਠ ਸਾਹਿਬ ਵੀ ਹੁੰਦਾ, ਲੰਗਰ ਵੀ ਹੁੰਦਾ। ਫਤਿਹਗੜ੍ਹ ਸਾਹਿਬ ਜੋਤੀ ਸਰੂਪ ਵਿਖੇ ਅਖੰਡ ਪਾਠ ਸਾਹਿਬ ਕਰਦੇ, ਲੰਗਰ ਵੀ ਅਤੁੱਟ ਚੱਲਦਾ। ਦਮਦਮਾ ਸਾਹਿਬ ਵੀ, ਸਾਬੋ ਕੀ ਤਲਵੰਡੀ, ਉੱਥੇ ਵੀ ਇਸੇ ਤਰ੍ਹਾਂ। ਕਹਿਣ ਤੋਂ ਭਾਵ ਇਹ ਹੈ ਵੀ ਇਹਨਾਂ ਪਵਿੱਤਰ ਸਥਾਨਾਂ ਤੇ ਮਹਾਂਪੁਰਖ ਆਪ ਜਾਂਦੇ ਤੇ ਬੜੇ ਢੰਗ ਦੇ ਨਾਲ ਸੇਵਾ ਕਰਦੇ ਤੇ ਕਰਾਉਂਦੇ। ਦੇਸੀ ਘਿਓ ਦਾ ਲੰਗਰ ਹੁੰਦਾ। 1939 ਸੰਨ ਦੇ ਵਿੱਚ ਸੰਤ ਮਹਾਰਾਜ ਆਪਣੇ ਜਥੇ ਸਮੇਤ, ਸਾਧੂ ਮੰਡਲਾਂ ਸਮੇਤ ਨਨਕਾਣਾ ਸਾਹਿਬ ਗਏ ਹੋਏ। ਲੰਗਰ ਦੀ ਸ਼ੁਰੂਆਤ ਹੋਈ। ਸੇਵਾਦਾਰ ਬੜੇ ਸ਼ੌਂਕ ਅਤੇ ਸਿਦਕ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਸੇਵਾ ਕਰਨ ਲੱਗੇ। ਬਾਕੀ ਸਾਰੇ ਸੇਵਾਦਾਰ ਰਲ ਮਿਲ ਕੇ ਮਹਾਂਪੁਰਸ਼ਾਂ ਦੀਆਂ ਲਗਾਈਆਂ ਹੋਈਆਂ ਡਿਊਟੀਆਂ ਨੂੰ ਨਿਭਾ ਰਹੇ। 2 ਵੇਲੇ ਦੇ ਦੀਵਾਨ ਵੀ ਸਜਦੇ। ਸ਼ਾਮ ਵੇਲੇ ਰਹਿਰਾਸ ਸਾਹਿਬ ਤੇ ਆਰਤੀ ਕੀਰਤਨ ਹੋ ਚੁੱਕਿਆ ਤੇ ਕੁਦਰਤੀ ਐਸਾ ਹੋਇਆ ਸਮਾਂ, ਥੋੜਾ ਚਿਰ ਪਹਿਲਾਂ ਮਹਾਂਪੁਰਖ ਸੂਰਜ ਛਿਪਣ ਤੋਂ ਥੋੜਾ ਜਿਹਾ ਚਿਰ ਪਹਿਲਾਂ ਸੰਤ ਬਾਬਾ ਜਵਾਲਾ ਸਿੰਘ ਜੀ ਚਾਦਰ ਉੱਤੇ ਲੈ ਕੇ ਤੇ ਲੰਮੇ ਪੈ ਗਏ। ਸਾਰੇ ਸੇਵਾਦਾਰ ਇਹ ਸੋਚਦੇ ਸੀ ਵੀ ਮਹਾਂਪੁਰਖ ਥੋੜਾ ਚਿਰ ਵਿਸ਼ਰਾਮ ਕਰਨਾ ਚਾਹੁੰਦੇ ਆ। ਪਰ ਘੰਟਾ ਕੁ ਜਿਸ ਵੇਲੇ ਮਹਾਂਪੁਰਖਾਂ ਨੂੰ ਲੰਮੇ ਪਿਆ ਹੋ ਗਿਆ, ਅਚਾਨਕ ਸੰਗਤ ਨੇ ਕੀ ਦੇਖਿਆ ਕਿ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਦੇ ਗਲ ਤੱਕ ਸਾਰੇ ਕੱਪੜੇ ਸਮੇਤ ਚਾਦਰ ਭਿੱਜੇ ਹੋਏ ਆ। ਮਹਾਂਪੁਰਖ ਉੱਥੇ ਨੇੜੇ ਹੀ ਪਏ ਸੀ। ਪਾਣੀ ਦੇ ਨਾਲ ਸਾਰੇ ਕੱਪੜੇ ਭਿੱਜਣ ਦਾ ਕੋਈ ਸਵਾਲ ਨਹੀਂ ਸੀ ਪੈਦਾ ਹੁੰਦਾ। ਹੈਰਾਨ ਹੋ ਗਏ ਸਾਰੇ ਵੀ ਇਹ ਗੱਲ ਕੀ ਬਣੀ, ਕੀ ਖੇਡ ਵਰਤੀ, ਪਰ ਪੁੱਛਣ ਦੀ ਕਿਸੇ ਦੀ ਹਿੰਮਤ ਨਹੀਂ ਸੀ। ਤਾਂ ਥੋੜੇ ਚਿਰ ਬਾਅਦ ਬਰਿਆਮ ਸਿੰਘ ਆਪਣੇ ਸਾਥੀਆਂ ਔਰ ਜਥੇ ਸਮੇਤ ਸੰਤਾਂ ਦੇ ਸਨਮੁਖ ਆ ਕੇ ਬੈਠ ਗਿਆ। ਬੇਨਤੀ ਕਰਨ ਲੱਗਾ, ਮਹਾਰਾਜ ਲੰਗਰ ਵਾਸਤੇ ਰਸਤਾਂ ਬਾਸਾਂ, ਆਟਾ, ਦਾਲਾਂ ਅਸੀਂ ਲੈ ਕੇ ਆਏ, ਪ੍ਰਵਾਨ ਕਰੋ। ਮਹਾਰਾਜ ਕਹਿਣ ਲੱਗੇ, ਲੈ ਜਾ ਗੁਰਮੁਖਾ, ਇਹਨਾਂ ਰਸਤਾਂ ਬਾਸਾਂ ਦੀ, ਆਟੇ ਦਾਲਾਂ ਦੀ ਸਾਨੂੰ ਲੋੜ ਨਹੀਂ ਹੈ। ਗੁਰੂ ਦਾ ਲੰਗਰ ਤੇਰੀਆਂ ਰਸਤਾਂ ਬਾਸਾਂ ਤੇ ਆਟੇ ਨਾਲ ਨਹੀਂ ਚੱਲਦਾ। ਬਰਿਆਮ ਸਿੰਘ ਬੜਾ ਘਬਰਾ ਗਿਆ। ਬੇਨਤੀਆਂ ਕਰਨ ਲੱਗਾ, ਮਹਾਰਾਜ ਮੇਰੇ ਤੋਂ ਐਸਾ ਕੀ ਗੁਨਾਹ ਹੋ ਗਿਆ ਜਿਹੜਾ ਮੈਨੂੰ ਪਾਪੀ ਨੂੰ ਤੁਸੀਂ ਠਕਰਾ ਦਿੱਤਾ ਹੈ। ਸੇਵਕ ਵਾਸਤੇ ਇਹ ਬਹੁਤ ਵੱਡੀ ਪ੍ਰੀਖਿਆ ਦੀ ਘੜੀ ਹੁੰਦੀ ਹੈ ਔਰ ਦੁੱਖ ਦਾ ਸਮਾਂ ਹੁੰਦਾ ਹੈ ਜਦੋਂ ਮਹਾਂਪੁਰਖ ਕਹਿ ਦੇਣ ਤੂੰ ਚਲਿਆ ਜਾ ਸਾਡੇ ਕੋਲੋਂ ਪਰੇ। ਮਹਾਂਪੁਰਖ ਕਹਿੰਦੇ ਤੈਨੂੰ ਅਜੇ ਆਪਣੇ ਗੁਨਾਹ ਦਾ ਪਤਾ ਨਹੀਂ।
ਉਹਦੇ ਅੱਖਾਂ ਵਿੱਚੋਂ ਵਿਰਾਗ ਦਾ ਪਾਣੀ ਆ ਗਿਆ, ਉੱਚੀ ਉੱਚੀ ਰੋਣ ਲੱਗਾ। ਬਾਬਾ ਬਿਸ਼ਨ ਸਿੰਘ ਜੀ ਨੰਗਲ ਵਾਲੇ ਕੋਲ ਹੀ ਬੈਠੇ, ਕਹਿੰਦੇ ਮਹਾਰਾਜ ਬਰਿਆਮ ਸਿੰਘ ਤੋਂ ਐਸਾ ਕੀ ਗੁਨਾਹ ਹੋ ਗਿਆ ਜਿਹਦੇ ਕਰਕੇ ਤੁਸੀਂ ਇੰਨਾ ਇਹਨੂੰ ਝਿੜਕ ਰਹੇ, ਜਿਹਦੇ ਕਰਕੇ ਤੁਸੀਂ ਇਸ ਨੂੰ ਇਤਨਾ ਵਰਜ ਰਹੇ ਹੋ। ਤਾਂ ਸੰਤ ਮਹਾਰਾਜ ਕਹਿਣ ਲੱਗੇ, ਸੰਤ ਬਿਸ਼ਨ ਸਿੰਘ ਮਹਾਰਾਜ ਜੀ, ਇਹਦੇ ਨਾਲ ਦੇ ਸਾਥੀ ਇਹਨੂੰ ਵਰਜਦੇ ਰਹੇ ਕਿ ਸਰਦਾਰ ਜੀ ਇੱਥੋਂ ਸਿੱਧੇ ਨਾ ਚੱਲੀਏ, 1 ਮੀਲ ਤੇ ਕਿਸ਼ਤੀ ਪੈਂਦੀ ਹੈ, ਕਿਸ਼ਤੀ ਤੇ ਬੈਠ ਕੇ ਚੱਲੀਏ। ਪਰ ਇਹਨੇ ਹੱਠ ਕੀਤਾ, ਇੱਕ ਨਹੀਂ ਮੰਨੀ ਆਪਣੇ ਸਾਥੀਆਂ ਦੀ, ਸਿੱਧਾ ਦਰਿਆ ਦੇ ਵਿੱਚ ਹੀ ਗੱਡਾ ਲੈ ਕੇ ਤੁਰ ਪਿਆ। ਜੇ ਅਸੀਂ ਜਾ ਕੇ ਇਹਦੀ ਸਾਰ ਨਾ ਲੈਂਦੇ ਤਾਂ ਦੱਸੋ ਇਹਦਾ ਗੱਡੇ ਸਮੇਤ ਕੀ ਬਚਣਾ ਸੀ। ਹੁਣ ਮਹਾਂਪੁਰਖਾਂ ਦੇ ਜਿਹੜਾ ਬਸਤਰ ਗਿੱਲੇ ਹੋਏ ਸੀ, ਹੁਣ ਪਤਾ ਲੱਗਿਆ ਸੰਗਤ ਨੂੰ ਭਈ ਮਹਾਂਪੁਰਖ ਤਾਂ ਬਰਿਆਮ ਸਿੰਘ ਦਾ ਗੱਡਾ ਡੁੱਬਣ ਤੋਂ ਬਚਾਉਂਦੇ ਹੋਏ ਦਰਿਆ ਵਿੱਚ ਪਹੁੰਚੇ ਹੋਏ ਸੀ। ਮਹਾਂਪੁਰਖ ਕਹਿੰਦੇ ਜੇ ਨਾ ਜਾਂਦੇ ਤਾਂ ਇਹਦਾ ਕੀ ਬਚਣਾ ਸੀ ਉੱਥੇ। ਏਦਾਂ ਦਾ ਹੱਠ ਐਸੇ ਹਠੀਏ ਲੋਕ ਪ੍ਰੀਖਿਆ ਦੇ ਵਿੱਚ ਪਾ ਦਿੰਦੇ ਨੇ। ਇਹੋ ਜਿਹਾ ਹਠੀਆ ਸੇਵਾਦਾਰ ਪਰਖ ਦੇ ਵਿੱਚ ਪਾ ਦਿੰਦਾ ਹੈ। ਹੁਣ ਸਾਰੀ ਸੰਤ ਮੰਡਲੀ ਜਿੰਨੀਆਂ ਸੰਗਤਾਂ ਬੈਠੀਆਂ, ਸਾਰਿਆਂ ਨੇ ਬੇਨਤੀਆਂ ਕੀਤੀਆਂ, ਮਹਾਰਾਜ ਚਾਹੇ ਹਠੀਆ ਹੈ ਚਾਹੇ ਜਿਵੇਂ ਮਰਜ਼ੀ ਹੈ, ਗਲਤੀ ਤਾਂ ਕੀਤੀ ਇਹਨੇ ਮਹਾਰਾਜ, ਪਰ ਹੈ ਤਾਂ ਤੁਹਾਡਾ ਬੱਚਾ, ਕਿਰਪਾ ਕਰੋ ਇਹਨੂੰ ਬਖਸ਼ ਲਓ। ਬੇਨਤੀਆਂ ਕਰ ਕਰਕੇ ਸੰਗਤਾਂ ਨੇ ਉਹਨੂੰ ਬਖਸ਼ਾਇਆ। ਸੰਗਤਾਂ ਸਮਝ ਗਈਆਂ ਵੀ ਇਹਦੇ ਰੁੜੇ ਜਾਂਦੇ ਗੱਡੇ ਨੂੰ ਬਚਾਉਣ ਵਾਸਤੇ ਸੰਤ ਦਰਿਆ ਵਿੱਚ ਗਏ ਸੀ। ਸਾਧ ਸੰਗਤ ਜੀ, ਇਹ ਸਾਰੀ ਜਿਹੜੀ ਵਿਚਾਰ ਹੈ ਇਹ ਭਾਵਨਾ ਦੀ ਹੈ। ਮਹਾਂਪੁਰਖ ਆਪਣੇ ਪਿਆਰਿਆਂ ਨੂੰ ਬਚਾਉਣ ਦੀ ਖਾਤਰ ਇਸ ਤਰ੍ਹਾਂ ਜਾ ਸਕਦੇ ਆ। ਮਹਾਂਪੁਰਖਾਂ ਨੂੰ ਸਰੀਰ ਕਰਕੇ ਜਾਣ ਦੀ ਲੋੜ ਨਹੀਂ, ਉਹ ਤਾਂ ਸੁਰਤੀ ਦੀ ਉਡਾਰੀ ਨਾਲ ਜਦੋਂ ਮਰਜੀ ਜਿੱਥੇ ਮਰਜੀ ਚਲੇ ਜਾਣ। ਐਸੀਆਂ ਹੋਰ ਵੀ ਅਨੇਕਾਂ ਸਾਧੂਆਂ ਦੀਆਂ ਸਾਖੀਆਂ ਆਉਂਦੀਆਂ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ, ਜਿਨ੍ਹਾਂ ਦਾ ਕੋਈ ਪਿਆਰ ਵਾਲਾ ਪਰਿਵਾਰ ਕੈਨੇਡਾ ਰਹਿੰਦਾ ਸੀ, ਉੱਥੇ ਜਾ ਕੇ ਮਹਾਂਪੁਰਖਾਂ ਨੇ ਦਰਸ਼ਨ ਦਿੱਤੇ। ਕੋਈ ਉਹਨਾਂ ਦਾ ਕਾਰਜ ਅੜਿਆ ਹੋਇਆ ਸੀ, ਉਹ ਬਹੁਤ ਵਿਰਾਗ ਦੇ ਵਿੱਚ ਸੀ। ਪਾਰਕ ਦੇ ਵਿੱਚ ਉਹ ਬੈਠੇ ਰੋ ਰਹੇ ਸੀ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਜਾ ਕੇ ਕੋਲ ਬੈਠ ਕੇ ਬਚਨ ਵੀ ਕੀਤੇ, ਸਿਰ ਤੇ ਹੱਥ ਰੱਖ ਕੇ ਪਿਆਰ ਵੀ ਦਿੱਤਾ, ਬਹੁਤ ਦਿਲਾਸਾ ਦਿੱਤਾ, ਹੌਸਲਾ ਦਿੱਤਾ, ਘਰ ਨੂੰ ਤੋਰਿਆ। ਜਦੋਂ ਵਾਪਸ ਉੱਥੇ ਆ ਕੇ ਦੇਖਿਆ ਤਾਂ ਬਾਬਾ ਹਰਨਾਮ ਸਿੰਘ ਜੀ ਉੱਥੇ ਨਹੀਂ ਸਨ। ਉਹਨਾਂ ਨੇ ਫਿਰ ਆਪਣੇ ਪਰਿਵਾਰ ਨੂੰ ਚਿੱਠੀ ਲਿਖੀ ਇੰਡੀਆ ਨੂੰ, ਬਈ ਤੁਸੀਂ ਰਾਮਪੁਰ ਖੇੜੇ ਡੇਰੇ ਜਾ ਕੇ ਪਤਾ ਕਰੋ ਬਈ ਸੰਤ ਬਾਬਾ ਹਰਨਾਮ ਸਿੰਘ ਜੀ ਕੈਨੇਡਾ ਆਏ ਹੋਏ ਤੇ ਕਿੱਥੇ ਰਹਿ ਰਹੇ ਆ। ਮੈਨੂੰ ਪਾਰਕ ਦੇ ਵਿੱਚ ਮਿਲੇ ਸੀ, ਦਰਸ਼ਨ ਹੋਏ ਸੀ, ਮੇਰੇ ਨਾਲ ਬਚਨ ਹੋਏ ਸੀ, ਮੇਰੇ ਸਿਰ ਤੇ ਹੱਥ ਰੱਖਿਆ ਸੀ। ਮੇਰਾ ਅੜਿਆ ਹੋਇਆ ਕੰਮ ਵੀ ਮਹਾਂਪੁਰਖਾਂ ਦੀ ਕਿਰਪਾ ਨਾਲ ਹੋ ਗਿਆ, ਪਰ ਮੈਂ ਸੰਤਾਂ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਸੰਤ ਮਿਲੇ ਨਹੀਂ। ਨਾ ਮੈਨੂੰ ਕਿਸੇ ਕੋਲੋਂ ਪਤਾ ਲੱਗਿਆ ਵੀ ਸੰਤ ਕਿੱਥੇ ਰਹਿ ਰਹੇ ਆ। ਤੇ ਤੁਸੀਂ ਪਤਾ ਕਰਕੇ ਦੱਸੋ ਰਾਮਪੁਰ ਖੇੜੇ ਡੇਰੇ ਤੋਂ ਵੀ ਸੰਤ ਕੈਨੇਡਾ ਕਿੱਥੇ ਆਏ ਹੋਏ ਨੇ ਤੇ ਕਿਹਨਾਂ ਕੋਲੇ ਰਹਿ ਰਹੇ ਆ। ਤੇ ਜਿਸ ਵੇਲੇ ਉਹ ਘਰਦਿਆਂ ਨੂੰ ਚਿੱਠੀ ਆਈ ਤੇ ਉਹ ਚਿੱਠੀ ਲੈ ਕੇ ਰਾਮਪੁਰ ਖੇੜੇ ਡੇਰੇ ਆ ਗਏ। ਕਹਿੰਦੇ ਬਾਬਾ ਜੀ ਆ ਚਿੱਠੀ ਆਈ ਮਹਾਰਾਜ, ਆਪ ਜੀ ਕੈਨੇਡਾ ਗਏ, ਪਤਾ ਹੀ ਨਹੀਂ, ਸਾਨੂੰ ਵੀ ਨਹੀਂ ਇੱਥੇ ਪਤਾ। ਮਹਾਂਪੁਰਖਾਂ ਨੇ ਉਹ ਚਿੱਠੀ ਉਹਨਾਂ ਕੋਲੋਂ ਫੜ ਕੇ ਆਪਣੇ ਕੋਲ ਰੱਖ ਲਈ ਤੇ ਉਹਨਾਂ ਨੂੰ ਕਿਹਾ ਇੱਦਾਂ ਦੀਆਂ ਗੱਲਾਂ ਸੰਗਤ ਵਿੱਚ ਆ ਕੇ ਨਹੀਂ ਕਰੀਦੀਆਂ। ਔਰ ਉਹ ਭੇਦ ਹੀ ਰਹਿਣ ਦਿੱਤਾ, ਕਿਸੇ ਅੱਗੇ ਇਹ ਗੱਲ ਜਣਾਈ ਨਹੀਂ। ਹੋਰ ਅਨੇਕਾਂ ਸਾਧੂਆਂ ਦੀਆਂ ਐਸੀਆਂ ਸਾਖੀਆਂ ਆਉਂਦੀਆਂ, ਐਸੇ ਬਚਨ ਆਉਂਦੇ। ਪਰ ਪਿਆਰਿਓ, ਇੱਕ ਹੱਥ ਬੰਨ੍ਹ ਕੇ ਬੇਨਤੀ ਕਰਦਾ ਹੈ, ਇਹ ਸਾਰੀਆਂ ਵਿਸ਼ਵਾਸ ਦੀਆਂ ਬਾਤਾਂ ਹਨ, ਭਰੋਸੇ ਦੀਆਂ ਬਾਤਾਂ ਹਨ। ਬੇਯਕੀਨੇ ਲੋਕਾਂ ਵਾਸਤੇ ਇਹ ਸਿਰਫ ਝੂਠ ਤੇ ਗੱਪਾਂ ਹਨ। ਜੋ ਅੱਜ ਦਾ ਸਮਾਂ ਨਾਸਤਿਕਤਾ ਦਾ ਦੌਰ ਚੱਲ ਰਿਹਾ,
ਜਿੱਥੇ ਅੱਜ ਆਪਣੇ ਆਪ ਨੂੰ ਪੜ੍ਹੇ ਲਿਖੇ ਅਖਵਾਉਣ ਵਾਲੇ ਲੋਕ ਇਹ ਗੱਲ ਕਹਿੰਦੇ, ਇੱਦਾਂ ਕਿੱਦਾਂ ਹੋ ਸਕਦਾ, ਸਰੀਰ ਕਰਕੇ ਸੰਤ ਕਿਤੇ ਬੈਠੇ ਹੋਣ, ਸੇਵਾਦਾਰ ਕਿਤੇ ਫਸਿਆ ਹੋਵੇ ਤਾਂ ਸੰਤ ਉਹਦੀ ਮਦਦ ਕਰਨ ਜਾ ਕੇ। ਇਸੇ ਹੀ ਕਰਕੇ ਸੰਤਾਂ ਸਾਧੂਆਂ ਦੇ ਜੀਵਨ ਤੇ ਤਾਂ ਕਿੰਤੂ ਲੋਕਾਂ ਨੇ ਕਰਨੀਓ ਹੀ ਕਰਨੀ ਹੈ, ਤਾਂ ਗੁਰੂ ਸਾਹਿਬਾਂ ਤੇ ਵੀ ਸ਼ੰਕਾ ਹੋ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੱਖਣ ਸ਼ਾਹ ਦਾ ਡੁੱਬਦਾ ਬੇੜਾ ਪਾਰ ਕਰਿਆ, ਬੇਯਕੀਨਿਆਂ ਨੂੰ ਯਕੀਨ ਹੀ ਨਹੀਂ ਹੈ। ਗੁਰੂ ਨਾਨਕ ਮਹਾਰਾਜ ਨੇ ਭਾਈ ਮਨਸੁਖ ਦਾ ਡੁੱਬਦਾ ਜਹਾਜ਼ ਬੰਨੇ ਲਾਇਆ, ਬੇਯਕੀਨਿਆਂ ਨੂੰ ਯਕੀਨ ਹੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਪਾਤਸ਼ਾਹ, ਮਹਾਰਾਜ ਦੇ ਪਿਆਰੇ ਜਿੰਨੇ ਸਾਧੂ ਸੰਤ ਮਹਾਤਮਾ ਮਹਾਂਪੁਰਖ, ਅੱਜ ਵੀ ਜਿੱਥੇ ਕੋਈ ਯਾਦ ਕਰਦਾ, ਗੁਰੂ ਸਾਹਿਬ ਹਾਜ਼ਰ ਨਾਜ਼ਰ ਹੋ ਕੇ ਸਹਾਇਤਾ ਕਰਦੇ ਆ, ਮਹਾਂਪੁਰਖ ਹਾਜ਼ਰ ਨਾਜ਼ਰ ਹੋ ਕੇ ਸਹਾਇਤਾ ਕਰਦੇ ਆ। ਗੱਲ ਤਾਂ ਭਰੋਸੇ ਦੀ ਆ, ਵਿਸ਼ਵਾਸ ਦੀ ਆ। ਇੱਕ ਘਟਨਾ ਫਤਿਹਗੜ੍ਹ ਸਾਹਿਬ ਦੀ, ਬਹੁਤੀ ਜ਼ਿਆਦਾ ਪੁਰਾਣੀ ਨਹੀਂ ਹੈ, ਥੋੜੇ ਸਮੇਂ ਦੀ ਹੋਈ ਹੈ, 10-15 ਸਾਲ ਹੋਏ ਨੇ। ਮੋਹਾਲੀ ਤੋਂ ਕੋਈ ਪਰਿਵਾਰ, ਉਹਨਾਂ ਨੇ ਟਰੱਕ ਨਵਾਂ ਲਿਆ, ਸੰਗਤ ਲੈ ਕੇ ਉੱਥੇ ਮੱਥਾ ਟੇਕਣ ਗਏ। ਮੱਥਾ ਟੇਕਣ ਗਏ, ਅਰਦਾਸ ਕਰਾਉਣੀ ਸੀ। ਗ੍ਰੰਥੀ ਸਿੰਘ ਨੂੰ ਜਾ ਕੇ ਬੇਨਤੀ ਕੀਤੀ ਵੀ ਅਸੀਂ ਟਰੱਕ ਲੈ ਕੇ ਆਏ ਤੇ ਮੱਥਾ ਟਿਕਾਉਣਾ ਸੀ, ਤੁਸੀਂ ਅਰਦਾਸ ਕਰ ਦਿਓ ਸਾਡੀ। ਗ੍ਰੰਥੀ ਸਿੰਘ ਨੂੰ ਗੱਲ ਸਮਝ ਨਾ ਆਈ ਪੂਰੀ। ਉਹਨੇ ਸੋਚਿਆ ਸ਼ਾਇਦ ਇਹ ਟਰੱਕ ਦੀ ਸੇਵਾ ਕਰਨ ਆਏ, ਟਰੱਕ ਇੱਥੇ ਚੜਾਉਣ ਆਏ। ਗ੍ਰੰਥੀ ਸਿੰਘ ਨੇ ਅਰਦਾਸ ਕਰ ਦਿੱਤੀ, ਸ਼ਹੀਦੋ ਸਿੰਘੋ, ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤਾ ਗੁਜਰ ਕੌਰ, ਆਪ ਜੀ ਦਾ ਪਿਆਰਾ ਸੇਵਾਦਾਰ ਆਪ ਜੀ ਦੇ ਚਰਨਾਂ ਦੇ ਵਿੱਚ ਟਰੱਕ ਚੜਾਉਣ ਵਾਸਤੇ ਆਇਆ ਹੈ, ਇਹਦੀ ਸੇਵਾ ਪ੍ਰਵਾਨ ਕਰਿਓ। ਅਰਦਾਸ ਹੋ ਗਈ। ਹੁਣ ਉਹ ਸਿੰਘ ਅਰਦਾਸ ਸੁਣ ਰਿਹਾ ਖੜਾ। ਜਦ ਅਰਦਾਸ ਦੀ ਸਮਾਪਤੀ ਹੋਈ, ਉਹ ਸਿੰਘ ਕਹਿਣ ਲੱਗਾ, ਕਹਿੰਦਾ ਬਾਬਾ ਜੀ, ਮੈਂ ਅਰਦਾਸ ਇਹ ਕਰਨ ਵਾਸਤੇ ਕਿਹਾ ਸੀ ਵੀ ਅਸੀਂ ਟਰੱਕ ਦਾ ਮੱਥਾ ਟਿਕਾਉਣ ਆਏ ਹਾਂ। ਸ਼ਹੀਦਾਂ ਸਿੰਘਾਂ ਦੀ ਕਿਰਪਾ ਨਾਲ ਮੇਰੇ ਬੜੇ ਚਿਰਾਂ ਦੀ ਇੱਛਾ ਸੀ, ਮੈਂ ਲੋਕਾਂ ਦੇ ਟਰੱਕਾਂ ਤੇ ਡਰਾਈਵਰੀ ਕਰਦਾ ਸੀ, ਤੇ ਮਹਾਰਾਜ ਕਿਰਪਾ ਕਰੋ ਸ਼ਹੀਦੋ ਸਿੰਘੋ, ਕਿਤੇ ਮੇਰਾ ਆਪਣਾ ਟਰੱਕ ਮੈਨੂੰ ਮਿਲ ਜਾਵੇ। ਤੇ ਉਹਨਾਂ ਦੀ ਕਿਰਪਾ ਦੇ ਨਾਲ ਮੈਨੂੰ ਟਰੱਕ ਮਿਲ ਗਿਆ, ਤੇ ਤਾਂ ਮੈਂ ਮੱਥਾ ਟਿਕਾਉਣ ਆਇਆ ਸੀ। ਤੇ ਮਹਾਂਪੁਰਖੋ ਕਿਰਪਾ ਕਰੋ। ਤੇ ਪਰ ਹੁਣ ਇਹ ਤੁਸੀਂ ਅਰਦਾਸ ਕਰ ਦਿੱਤੀ ਵੀ ਟਰੱਕ ਲੈ ਕੇ ਆਏ, ਚੜਾਉਣ ਵਾਸਤੇ ਆਏ, ਤੇ ਹੁਣ ਇਹ ਕਿਸ ਤਰ੍ਹਾਂ ਹੋਵੇ? ਉਹ ਸਿੰਘ ਕਹਿਣ ਲੱਗਾ, ਕਹਿੰਦਾ ਕੋਈ ਨਹੀਂ ਜੀ, ਮੈਨੂੰ ਭੁਲੇਖਾ ਲੱਗ ਗਿਆ, ਤੇ ਆਪਾਂ ਅਰਦਾਸ ਦੁਆਰਾ ਕਰ ਲੈਂਦੇ ਹਾਂ। ਕਹਿੰਦੇ ਨਾ, ਬਿਲਕੁਲ ਨਹੀਂ, ਅਰਦਾਸ ਹੈ, ਕੋਈ ਮਜ਼ਾਕ ਤਾਂ ਨਹੀਂ ਹੈ। ਅਰਦਾਸ ਹੋ ਗਈ, ਬਸ ਜੋ ਬਚਨ ਹੋ ਗਿਆ ਠੀਕ ਹੈ। ਕਹਿੰਦੇ ਇਹ ਕਿਵੇਂ, ਇਹ ਕਿਸ ਤਰ੍ਹਾਂ ਹੋ ਸਕਦਾ? ਹੁਣ ਤੁਸੀਂ ਕਰਜ਼ਾ ਲੈ ਕੇ ਕਿਸ਼ਤਾਂ ਦੇ ਉੱਤੇ ਟਰੱਕ ਲਿਆ ਹੈ, ਤੇ ਤੁਸੀਂ ਟਰੱਕ ਛੱਡ ਜਾਓਗੇ ਇੱਦਾਂ ਹੀ? ਕਹਿੰਦੇ ਹਾਂ ਬਿਲਕੁਲ, ਟਰੱਕ ਛੱਡ ਜਾਣਾ ਹੈ। ਹੁਣ ਬਾਕੀ ਪਰਿਵਾਰ ਨੂੰ, ਸੰਗਤ ਜਿੰਨੀ ਨਾਲ ਆਈ ਸੀ, ਉਹਨਾਂ ਨੂੰ ਪਤਾ ਲੱਗਿਆ। ਸਾਰਿਆਂ ਨੇ ਕਿਹਾ ਗਲਤੀ ਤਾਂ ਗ੍ਰੰਥੀ ਸਿੰਘ ਦੀ ਹੈ, ਤੇਰੀ ਤਾਂ ਗਲਤੀ ਕੋਈ ਨਹੀਂ, ਤੂੰ ਇੰਨਾ ਕਰਜ਼ਾ ਚੱਕ ਕੇ ਟਰੱਕ ਲਿਆ ਤੇ ਤੈਨੂੰ ਟਰੱਕ ਲੈ ਕੇ ਜਾਣਾ ਚਾਹੀਦਾ। ਉਹ ਕਹਿੰਦਾ ਨਹੀਂ, ਅਰਦਾਸ ਹੋ ਚੁੱਕੀ ਹੈ, ਜੋ ਸ਼ਹੀਦਾਂ ਸਿੰਘਾਂ ਨੂੰ ਮਨਜ਼ੂਰ ਹੋਣਾ ਉਹੀ ਸੀ। ਹੁਣ ਉਹਨੇ ਬਾਕੀ ਸੰਗਤ ਨੂੰ ਕਿਹਾ ਤੁਸੀਂ ਲੰਗਰ ਪਾਣੀ ਛਕੋ, ਤੇ ਜਦੋਂ ਜਾਣਾ ਹੋਇਆ ਆਪਾਂ ਹੋਰ ਗੱਡੀ ਕਿਰਾਏ ਤੇ ਕਰਕੇ ਵਾਪਸ ਚੱਲਾਂਗੇ। ਹੁਣ ਸਾਰੇ ਹੀ ਪ੍ਰਸ਼ਾਦਾ ਪਾਣੀ ਛਕਣ ਚਲੇ ਗਏ। ਉਹ ਦੋਨੋਂ ਮੀਆਂ ਬੀਬੀ ਜਿਨ੍ਹਾਂ ਨੇ ਟਰੱਕ ਲਿਆ ਸੀ, ਦਰਬਾਰ ਦੇ ਸਾਹਮਣੇ ਉੱਥੇ ਅਜੇ ਖਲੋਤੇ ਆ। ਸੰਗਤ ਇੱਧਰ ਉੱਧਰ, ਕੋਈ ਪ੍ਰਸ਼ਾਦਾ ਛਕਣ ਚਲਿਆ ਗਿਆ, ਕੋਈ ਕਿਸੇ ਪਾਸੇ ਚਲਿਆ ਗਿਆ। ਉਹਨਾਂ ਦੇ ਖੜਿਆਂ ਦੇ ਕੋਲ ਦੋ ਬੱਚੇ, ਜਿਨ੍ਹਾਂ ਦੀ ਉਮਰ ਤਕਰੀਬਨ 10-10, 12-12 ਸਾਲ ਹੋਏਗੀ,
ਜਿਨ੍ਹਾਂ ਦੇ ਹੱਥ ਦੇ ਵਿੱਚ ਇੱਕ ਬੈਗ ਫੜਿਆ ਹੋਇਆ, ਝੋਲਾ ਜਿਹਾ ਫੜਿਆ ਹੋਇਆ, ਉਹ ਉਹਨਾਂ ਦੇ ਕੋਲ ਆਉਂਦੇ ਐ ਤੇ ਉਹਨਾਂ ਨੂੰ ਕਹਿੰਦੇ ਨੇ, ਸਾਡਾ ਇੱਕ ਕੰਮ ਕਰੋ, ਸਾਡੀ ਦਾਦੀ ਮਾਂ ਇੱਥੇ ਕਿਤੇ ਗੁਆਚ ਗਈ, ਸਾਡਾ ਆਹ ਝੋਲਾ ਤੁਸੀਂ ਫੜ ਲਓ ਤੇ ਅਸੀਂ ਆਪਣੀ ਦਾਦੀ ਮਾਂ ਨੂੰ ਲੱਭ ਕੇ ਆਈਏ। ਕਹਿੰਦੇ ਅਸੀਂ ਕੋਈ ਜਵਾਬ ਨਾ ਦੇ ਸਕੇ, ਅਸੀਂ ਉਹਨਾਂ ਦੇ ਕੋਲੋਂ ਝੋਲਾ ਫੜ ਲਿਆ ਤੇ ਹੁਣ ਉਹ ਚਲੇ ਗਏ। ਉਡੀਕ 1 ਘੰਟਾ ਬੀਤ ਗਿਆ, 2 ਘੰਟੇ ਬੀਤ ਗਏ, 3 ਘੰਟੇ, 4 ਘੰਟੇ ਬੀਤ ਗਏ। ਸਾਰੀ ਸੰਗਤ ਪ੍ਰਸ਼ਾਦ ਪਾਣੀ ਛਕ ਕੇ, ਮੱਥਾ ਟੇਕ ਕੇ ਸਾਰੇ ਉੱਥੇ ਆ ਕੇ ਬੈਠ ਗਏ, ਪਰ ਉਹ ਬੱਚੇ ਵਾਪਸ ਨਹੀਂ ਆਏ। ਕਹਿੰਦੇ ਚਲੋ ਹੁਣ ਕਿਵੇਂ ਚੱਲੀਏ? ਕਹਿੰਦੇ ਵੀ ਏਦਾਂ ਕਰਕੇ ਇਹ ਹੁਣ ਝੋਲਾ ਦੇਖੀਏ ਇਹਦੇ ਵਿੱਚ ਕੀ। ਜਦੋਂ ਉਹਨੂੰ ਖੋਲ ਕੇ ਦੇਖਿਆ ਤੇ ਉਹ ਮਾਇਆ ਦਾ ਭਰਿਆ ਹੋਇਆ, ਪੈਸਿਆਂ ਦਾ ਭਰਿਆ ਹੋਇਆ ਝੋਲਾ। ਏਦਾਂ ਹੀ ਝੋਲਾ ਚੱਕ ਕੇ ਮੈਨੇਜਰ ਦੇ ਕੋਲ ਚਲੇ ਗਏ। ਇਹ ਘਟਨਾ ਜਿਹੜੀ ਦਾਸ ਸਾਹਿਬ ਜੀ ਨੂੰ ਸੁਣਾ ਰਿਹਾ, ਇਹ ਫਤਿਹਗੜ੍ਹ ਸਾਹਿਬ ਦਫ਼ਤਰ ਦੇ ਰਿਕਾਰਡ ਦੇ ਵਿੱਚ ਲਿਖੀ ਹੋਈ ਹੈ। ਮੈਨੇਜਰ ਦੇ ਕੋਲ ਚਲੇ ਗਏ, ਕਹਿੰਦੇ ਏਦਾਂ 2 ਬੱਚੇ ਆਏ ਸੀ ਤੇ ਆ ਪੈਸਿਆਂ ਦਾ ਝੋਲਾ ਫੜਾ ਕੇ ਚਲੇ ਗਏ। ਹੁਣ ਉਹ ਮੈਨੇਜਰ ਦੇ ਕੋਲ ਇਹ ਗੱਲ ਵੀ ਆ ਚੁੱਕੀ ਸੀ ਵੀ ਅੱਜ ਕੋਈ ਪਰਿਵਾਰ ਟਰੱਕ ਦਾ ਮੱਥਾ ਟਿਕਾਉਣ ਆਏ ਸੀ, ਪਰ ਗ੍ਰੰਥੀ ਸਿੰਘ ਤੋਂ ਗਲਤੀ ਦੇ ਨਾਲ ਇਹ ਕਿਹਾ ਗਿਆ, ਅਰਦਾਸ ਕਰ ਦਿੱਤੀ ਗਈ ਵੀ ਟਰੱਕ ਚੜਾਉਣ ਆਏ ਤੇ ਉਹ ਪਰਿਵਾਰ ਟਰੱਕ ਛੱਡ ਕੇ ਚਲੇ ਗਏ। ਪਰ ਉਹ ਮੈਨੇਜਰ ਉਸ ਪਰਿਵਾਰ ਨੂੰ ਮਿਲਿਆ ਨਹੀਂ ਸੀ। ਪਰ ਜਦ ਹੁਣ ਉਹ ਪਰਿਵਾਰ ਆ ਗਿਆ ਵੀ ਆ ਸਾਨੂੰ ਮਾਇਆ ਦਾ ਕੋਈ ਬੱਚੇ ਝੋਲਾ ਫੜਾ ਕੇ ਗਏ, ਪਤਾ ਨਹੀਂ ਕਿਹੜੀ ਮਾਇਆ, ਕਿੱਥੋਂ ਆਈ ਹੈ, ਇਹ ਗੱਲ ਕੀ ਹੈ ਸਾਨੂੰ ਨਹੀਂ ਪਤਾ। ਹੁਣ ਉਹ ਮੈਨੇਜਰ ਕਹਿਣ ਲੱਗਾ ਵੀ ਮਾਇਆ ਗਿਣੋ। ਜਦ ਮਾਇਆ ਗਿਣੀ, 9 ਲੱਖ ਦਾ ਉਸ ਸਮੇਂ ਉਹਨਾਂ ਨੇ ਟਰੱਕ ਲਿਆ ਸੀ। 3 ਲੱਖ ਨਗਦ ਦਿੱਤਾ ਸੀ ਡਾਊਨ ਪੇਮੈਂਟ ਤੇ 6 ਲੱਖ ਦੀਆਂ ਕਿਸ਼ਤਾਂ ਕੀਤੀਆਂ ਸੀ। ਪੂਰਾ 9 ਲੱਖ ਰੁਪਈਆ ਉਸ ਬੈਗ ਦੇ ਵਿੱਚੋਂ ਨਿਕਲਿਆ। ਤੇ ਉਹ ਮੈਨੇਜਰ ਕਹਿਣ ਲੱਗਾ, ਕਹਿੰਦਾ ਜੀ ਇਹਦੇ ਵਿੱਚ ਝੂਠ ਕੋਈ ਨਹੀਂ, ਉਹ ਜਿਹੜੇ ਬਾਲਕ ਆਏ ਸੀ, ਉਹ ਜਿਹੜੇ ਬੱਚੇ ਆਏ ਸੀ, ਉਹ ਤੇ ਆਪ ਸਾਹਿਬਜ਼ਾਦੇ ਹੀ ਆਏ ਸੀ। ਤੁਹਾਡੀ ਅਰਦਾਸ ਉਹਨਾਂ ਦੇ ਚਰਨਾਂ ਤੱਕ ਪੁੱਜ ਚੁੱਕੀ ਤੇ ਉਹ ਤੁਹਾਡੇ ਟਰੱਕ ਦੇ ਪੈਸੇ ਦੇਣ ਵਾਸਤੇ ਤੁਹਾਨੂੰ ਆਏ। ਉਹ ਕਹਿਣ ਲੱਗੇ ਜੀ ਅਸੀਂ ਇਹ ਪੈਸੇ ਕਿਵੇਂ ਲੈ ਲਈਏ, ਅਸੀਂ ਤਾਂ ਟਰੱਕ ਇੱਥੇ ਸੇਵਾ ਕਰ ਦਿੱਤੀ, ਟਰੱਕ ਪੈਸੇ ਕਿਵੇਂ ਲੈ ਜਾਈਏ? ਕਹਿੰਦੇ ਹੁਣ ਤੁਸੀਂ ਇਹ ਪੈਸੇ ਲੈ ਜਾਓ, ਜਦੋਂ ਤੁਹਾਡੇ ਕੋਲੇ ਪੈਸੇ ਹੋਣਗੇ ਉਦੋਂ ਤੁਸੀਂ ਸਾਨੂੰ ਪੈਸੇ ਇੱਥੇ ਵਾਪਸ ਕਰ ਜਾਇਓ। ਹਾਜ਼ਰਾਂ ਲਈ ਹਾਜ਼ਰ ਹੈ ਤੇ ਜਿਹੜੇ ਗੈਰ ਹਾਜ਼ਰ ਸਮਝਦੇ ਉਹਨਾਂ ਲਈ ਗੈਰ ਹਾਜ਼ਰ ਹੈ। ਹਾਜ਼ਰ ਜਾਣੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਾਂ ਕੀ ਹਾਜ਼ਰਾ ਹਜ਼ੂਰ ਹੈ। ਜੇ ਹਾਜ਼ਰਾ ਹਜ਼ੂਰ ਕਹਿੰਦੇ ਆ ਤਾਂ ਸਮਝੀਏ ਵੀ ਨਾ। 10 ਪਾਤਸ਼ਾਹੀਆਂ ਹਾਜ਼ਰ ਨਾਜ਼ਰ, ਸ਼ਹੀਦ ਸਿੰਘ ਹਾਜ਼ਰ ਨਾਜ਼ਰ, ਸਾਧੂ ਸੰਤ ਮਹਾਤਮਾ ਮਹਾਂਪੁਰਖ ਹਾਜ਼ਰ ਨਾਜ਼ਰ ਹਨ। ਜਿੱਥੇ ਕੋਈ ਯਾਦ ਕਰ ਲਵੇ। ਗੱਲ ਤਾਂ ਭਰੋਸੇ ਦੀ ਹੈ, ਸਾਨੂੰ ਭਰੋਸਾ ਹੀ ਨਹੀਂ ਹੈ, ਸਾਨੂੰ ਯਕੀਨ ਹੀ ਨਹੀਂ ਆਉਂਦਾ। ਚੰਗਾ ਕੰਮ ਕਰਨ ਲੱਗਿਆ ਸਾਨੂੰ ਲੱਗਦਾ ਰੱਬ ਸਾਨੂੰ ਦੇਖਦਾ, ਮਾੜਾ ਕੰਮ ਕਰਨ ਲੱਗਿਆ ਸਾਨੂੰ ਲੱਗਦਾ ਸਾਨੂੰ ਕਿਹੜਾ ਕਿਸੇ ਨੇ ਦੇਖ ਲਿਆ। ਉਸ ਵੇਲੇ ਗੈਰ ਹਾਜ਼ਰ ਸਮਝਦੇ ਹਾਂ। ਹੁਣ ਅੱਜ ਦੀ ਤਰੀਕ ਦੇ ਵਿੱਚ ਉਸ ਪਰਿਵਾਰ ਦਾ ਕਾਰੋਬਾਰ ਇਤਨਾ ਹੈ, ਕਦੇ ਉਹਨਾਂ ਨੇ ਟਰੱਕ ਵੀ ਜਿਹੜਾ ਸੀਗਾ ਉਹ ਕਰਜ਼ਾ ਚੱਕ ਕੇ ਲਿਆ ਸੀ, ਤੇ ਅੱਜ ਦੀ ਤਰੀਕ ਵਿੱਚ ਉਹਨਾਂ ਦਾ ਕਾਰੋਬਾਰ ਇਤਨਾ ਵੀ ਸ਼ਹੀਦੀ ਜੋੜ ਮੇਲੇ ਤੇ ਹਰੇਕ ਸਾਲ ਨਵਾਂ ਟਰੱਕ ਚੜਾਉਂਦੇ ਆ। ਫਤਿਹਗੜ੍ਹ ਸਾਹਿਬ ਭਾਵਨਾ ਹੈ, ਪ੍ਰੇਮ ਹੈ, ਇਹਦੀਆਂ ਅਨੇਕਾਂ ਹੀ ਸਾਖੀਆਂ ਨੇ, ਅਨੇਕਾਂ ਹੀ। ਆਪ ਜੀ ਜਿਤਨੇ ਵੀ ਸੁਣ ਰਹੇ ਹੋ, ਦੇਸ਼ ਵਿਦੇਸ਼ ਦੀ ਸੰਗਤ, ਤੁਹਾਡੇ ਜੀਵਨ ਦੀਆਂ ਅਨੇਕਾਂ ਹੀ ਐਸੀਆਂ ਘਟਨਾਵਾਂ ਹੋਣਗੀਆਂ ਜਿੱਥੇ ਗੁਰੂ ਮਹਾਰਾਜ ਤੁਹਾਨੂੰ ਅੰਗ ਸੰਗ ਵਰਤ ਕੇ ਦੱਸਿਆ ਹੋਵੇਗਾ। ਮਹਾਰਾਜ ਨੇ ਤੁਹਾਨੂੰ, ਜਿੱਥੇ ਮਹਾਰਾਜ ਨੇ ਤੁਹਾਨੂੰ ਡਿੱਗਦਿਆਂ ਨੂੰ, ਡੋਲਦਿਆਂ ਨੂੰ, ਡਿੱਗਿਆਂ ਢਹਿੰਦਿਆਂ ਹੋਇਆਂ ਨੂੰ ਸੰਭਾਲਿਆ ਹੋਵੇਗਾ ਤੇ ਤੁਹਾਨੂੰ ਮਹਿਸੂਸ ਕਰਾਇਆ ਹੋਵੇਗਾ ਵੀ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਇਕੱਲੇ ਨਹੀਂ।
ਗੁਰੂ ਕਦੇ ਸਿੱਖ ਨੂੰ ਇਕੱਲਾ ਨਹੀਂ ਛੱਡਦਾ, ਮਹਾਂਪੁਰਖ ਕਦੇ ਆਪਣੇ ਸੇਵਕ ਨੂੰ ਇਕੱਲਾ ਨਹੀਂ ਛੱਡਦੇ। ਗੱਲ ਤਾਂ ਵਿਸ਼ਵਾਸ ਦੀ ਹੈ, ਗੱਲ ਭਰੋਸੇ ਦੀ। ਜੇ ਭਰੋਸਾ ਆ ਗਿਆ ਤਾਂ ਫਿਰ ਬੇੜੇ ਪਾਰ ਹਨ। ਜਾਂ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਐਸਾ ਭਰੋਸਾ। ਹੁਣ ਮਹਾਂਪੁਰਖ 1947 ਦੇ ਲਾਗੇ ਛਾਗੇ ਪਾਕਿਸਤਾਨ ਗਏ, ਨਨਕਾਣਾ ਸਾਹਿਬ 46 ਦੇ ਅਖੀਰ ਵਿੱਚ। ਤੇ ਮਹਾਂਪੁਰਖਾਂ ਨੇ ਉੱਥੇ ਜਿੰਨੇ ਮਹਾਂਪੁਰਖਾਂ ਦੇ ਸੰਗੀ ਸੀਗੇ ਉਹਨਾਂ ਨੂੰ ਵਚਨ ਕੀਤਾ, ਭਾਈ ਸਮਾਂ ਬਹੁਤ ਭਿਆਨਕ ਆਉਣ ਵਾਲਾ, ਇਹ ਮਰੱਬਿਆਂ ਦੇ ਮਰੱਬੇ ਜ਼ਮੀਨਾਂ ਤੁਹਾਨੂੰ ਛੱਡ ਕੇ ਜਾਣਾ ਪੈਣਾ। ਸੰਤਾਂ ਦਾ ਬਚਨ ਸੁਣ ਕੇ ਸਾਰੇ ਸਰਦਾਰ ਹੈਰਾਨ ਹੋ ਗਏ ਵੀ ਇਹ ਬਚਨ ਬੜਾ ਹੈਰਾਨ ਕਰਨ ਵਾਲਾ ਕਹਿੰਦੇ ਮਹਾਂਪੁਰਖ। ਉਹਨਾਂ ਬਾਹਰ ਦੇ ਇਲਾਕਿਆਂ ਦੇ ਵਿੱਚ ਮਹਾਂਪੁਰਖਾਂ ਦੀ ਸੰਗਤ ਬੜੀ ਸੀ। ਉਹਨਾਂ ਨੇ ਫੇਰ ਬਚਨ ਕਰ ਦਿੱਤਾ, ਬੇਨਤੀ ਮਹਾਰਾਜ ਅਗਲੇ ਸਾਲ ਜਦੋਂ ਤੁਸੀਂ ਆਓਗੇ 47 ਦੇ ਵਿੱਚ, ਮਹਾਰਾਜ ਅਸੀਂ ਤੁਹਾਨੂੰ ਕਿੱਥੋਂ ਲੈਣ ਜਾਈਏ। ਮਹਾਂਪੁਰਖ ਫੇਰ ਭਰੇ ਦੀਵਾਨ ਦੇ ਵਿੱਚ ਮਹਾਂਪੁਰਖਾਂ ਨੇ ਬਚਨ ਕੀਤਾ ਸੰਗਤ ਦੇ ਵਿੱਚ, ਕਹਿੰਦੇ ਆਉਣ ਵਾਲਾ ਸਾਲ 1947 ਬੜਾ ਭਿਆਨਕ ਸਾਲ ਹੋਏਗਾ। ਅਸੀਂ ਤਾਂ ਇੱਥੇ ਕੀ ਆਉਣਾ, ਸ਼ਾਇਦ ਤੁਹਾਨੂੰ ਵੀ ਸਾਰਿਆਂ ਨੂੰ ਸਾਡੇ ਕੋਲ ਆਉਣਾ ਪੈਣਾ ਉੱਧਰ। ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹਜੂਰ ਐਸੇ ਕਰੜੇ ਭਿਆਨਕ ਸ਼ਬਦ ਆਪ ਜੀ ਆਪਣੀ ਰਸਨਾ ਤੋਂ ਨਾ ਕਰੋ। ਆਪ ਜੀ ਤੋਂ ਇਹੋ ਜਿਹੇ ਵਚਨ ਸੁਣ ਕੇ ਸਾਡਾ ਮਨ ਬੜਾ ਉਦਾਸ ਹੈ। ਸਾਨੂੰ ਅਸਲੀ ਗੱਲ ਦੱਸੋ ਕਿ ਕੀ ਭਾਣਾ ਵਰਤੇਗਾ। ਸੰਤ ਕਹਿੰਦੇ ਬਹੁਤਾ ਖੁਲਾਸਾ ਤਾਂ ਅਸੀਂ ਨਹੀਂ ਕਰ ਸਕਦੇ, ਪਰ ਚੇਤੇ ਰੱਖਿਓ 1947 ਦੀ ਹਾੜੀ ਦੀ ਫਸਲ ਤੁਸੀਂ ਬੜੀ ਮੁਸ਼ਕਲ ਨਾਲ ਹੀ ਚੱਕਣੀ ਆ। ਇਹ ਤੋਂ ਪਹਿਲਾਂ ਜੋ ਕੁਝ ਕਰਨਾ ਕਰ ਲਓ। ਸੰਤ ਮਹਾਰਾਜ ਡੇਰੇ ਵਾਪਸ ਆ ਗਏ ਔਰ ਮਹਾਂਪੁਰਖਾਂ ਨੇ ਹੋਤੀ ਮਰਦਾਨ ਡੇਰੇ ਵਾਲੇ ਸਾਧੂਆਂ ਨੂੰ ਵੀ ਸਾਰਿਆਂ ਨੂੰ ਕਿਹਾ ਸੀ ਵੀ ਤੁਸੀਂ ਸਾਡੇ ਕੋਲ ਹਰਖੋਵਾਲ ਚਲੇ ਚੱਲੋ। ਕਿਸੇ ਨੇ ਨਾ ਮੰਨੀ ਗੱਲ। ਇਹ ਕਿਸ ਤਰ੍ਹਾਂ ਹੋ ਸਕਦਾ, ਐਡਾ ਵੱਡਾ ਬਟਵਾਰਾ ਹੋ ਜਾਊਗਾ, ਐਡਾ ਵੱਡਾ ਇਹ ਦੇਸ਼ ਉਥਲ ਪੁਥਲ ਹੋ ਜਾਏਗੀ। ਕਿਸੇ ਦੇ ਸਮਝ ਵਿੱਚ ਹੀ ਨਾ ਆਈ ਗੱਲ। ਪਰ ਜਿਸ ਵੇਲੇ ਭਾਣਾ ਵਰਤਿਆ 1947 ਦੀ ਵੰਡ ਹੋਈ, ਫਿਰ ਪਤਾ ਲੱਗਿਆ ਵੀ ਕੈਸੀ ਹਵਾ ਚੱਲੀ ਸੀ ਜਦੋਂ ਮਿੱਤਰ ਹੀ ਦੁਸ਼ਮਣਾਂ ਦਾ ਰੂਪ ਧਾਰ ਗਏ ਸੀ। ਦੋ ਹਿੱਸਿਆਂ ਦੇ ਵਿੱਚ ਮੁਲਕ ਵੰਡਿਆ ਗਿਆ। ਪੰਜਾਬ ਦੋ ਬਣ ਗਏ, ਇੱਕ ਪੂਰਬੀ ਪੰਜਾਬ, ਦੂਜਾ ਪੱਛਮੀ ਪੰਜਾਬ। ਇੱਧਰਲਿਆਂ ਨੂੰ ਉੱਧਰ ਜਾਣਾ ਪਿਆ, ਉੱਧਰਲਿਆਂ ਨੂੰ ਇੱਧਰ ਆਉਣਾ ਪਿਆ। ਹਾਲਾਤ ਹੀ ਹੋਰ ਬਣ ਗਏ, ਉਹ ਸਮਾਂ ਹੀ ਕੁਛ ਹੋਰ ਸੀ। ਮਹਾਂਪੁਰਖਾਂ ਦਾ ਸੇਵਕ ਬਰਿਆਮ ਸਿੰਘ, ਮਹਾਂਪੁਰਖ ਕਹਿੰਦੇ ਯੂਪੀ ਦੇ ਇਲਾਕੇ ਵਿੱਚ ਜ਼ਮੀਨ ਖਰੀਦ ਲਓ। ਤੇ ਉਹ ਸੰਤਾਂ ਨੂੰ ਮੋਹਰਿਓਂ ਕਹਿਣ ਲੱਗਾ, ਲੂਣ ਤੇਲ ਲੈਣ ਜੋਗੇ ਪੈਸੇ ਹੈ ਨਹੀਂ, ਤੁਸੀਂ ਕਹਿੰਦੇ ਜ਼ਮੀਨ ਕਦ ਨਾ ਖਰੀਦ ਲਈਏ। ਸੰਤ ਚੁੱਪ ਕਰ ਗਏ। ਫਿਰ ਥੋੜੇ ਚਿਰ ਬਾਅਦ ਸੰਤਾਂ ਨੇ ਕਿਹਾ ਯੂਪੀ ਦੇ ਵਿੱਚ ਜ਼ਮੀਨ ਖਰੀਦ ਲਓ, ਹੁਣ ਸਸਤੀ ਹੈ। ਸੰਤਾਂ ਨੇ ਜਦ ਕਿਹਾ ਤਾਂ ਸਰਦਾਰ ਜੀ ਨੇ ਫੇਰ ਅੱਗੇ ਵਾਲਾ ਜਵਾਬ ਦੇ ਦਿੱਤਾ, ਲੂਣ ਤੇਲ ਲੈਣ ਜੋਗੇ ਪੈਸੇ ਹੈ ਨਹੀਂ, ਜ਼ਮੀਨ ਕਿੱਥੋਂ ਲੈ ਲਈਏ। ਥੋੜੇ ਚਿਰ ਬਾਅਦ ਸੰਤ ਜਦੋਂ ਤੀਜੀ ਵਾਰੀ ਕਹਿੰਦੇ, ਸਰਦਾਰਾ ਯੂਪੀ ਦੇ ਇਲਾਕੇ 'ਚ ਜ਼ਮੀਨ ਖਰੀਦ ਲਓ, ਚੰਗੇ ਰਹੋਗੇ। ਜਦੋਂ ਪਹਿਲਾਂ ਵਾਲੀ ਗੱਲ ਤੀਜੀ ਵਾਰੀ ਲੱਗਾ ਕਰਨ, ਇੱਕਦਮ ਸੰਤਾਂ ਨੇ ਝਿੜਕਾ ਮਾਰਿਆ ਜੋਸ਼ ਦੇ ਨਾਲ। ਸੰਤ ਕਹਿੰਦੇ, ਖਬਰਦਾਰ ਜੇ ਅੱਗੇ ਵਾਲੀ ਗੱਲ ਕਹੀ, ਤੈਨੂੰ ਜੋ ਅਸੀਂ ਕਹਿੰਦੇ ਇਹਦੇ ਵਿੱਚ ਕੋਈ ਰਾਜ਼ ਹੈ, ਜਾਂ ਆਪਣੇ ਮੁੰਡੇ ਨੂੰ ਕਹੇ ਯੂਪੀ ਦੇ ਇਲਾਕੇ ਦੇ ਵਿੱਚ ਜ਼ਮੀਨ ਦੇਖੇ। ਸੋ ਮਹਾਂਪੁਰਖਾਂ ਨੂੰ ਆਉਣ ਵਾਲੇ ਸਮੇਂ ਦਾ ਸਾਰਾ ਪਤਾ ਹੁੰਦਾ। ਉਹਨਾਂ ਨੇ ਫਿਰ ਰਾਮਪੁਰ ਦੇ ਇਲਾਕੇ ਦੇ ਵਿੱਚ ਯੂਪੀ ਮੁਰੱਬੇ ਖਰੀਦ ਲਏ, ਉਹ ਸਮਾਂ ਸਸਤਾ ਸੀ। ਮਹਾਂਪੁਰਖ ਸਾਰਾ ਕੁਝ ਜਾਣਦੇ ਹੁੰਦੇ ਆਉਣ ਵਾਲੇ ਸਮੇਂ ਦੀ ਖੇਡ ਨੂੰ। ਸੋ ਐਸੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਪਵਿੱਤਰ ਜੀਵਨ ਆਪ ਜੀ ਸਰਵਣ ਕਰਦੇ ਆ ਰਹੇ ਹੋ, ਇਤਨੀ ਕੁ ਹਾਜ਼ਰੀ, ਇਤਨਾ ਕੁ ਸਮਾਜ ਦਾ ਪ੍ਰਵਾਨ ਕਰਿਓ। ਗਰੀਬ ਨਵਾਜ ਪਾਤਸ਼ਾਹ ਸਭ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ। ਜੋ ਹਰ ਦਾਸਨ ਕੀ ਉਸਤਤ ਹੈ ਸਾਹਰ ਕੀ ਵਡਿਆਈ, ਹਰ ਜੀ ਆਪਣੀ ਵਡਿਆਈ ਭਾਮ ਦੀ ਜਾਣਕਾ ਜੈਕਾਰ ਕਰਾਈ।
ये बचन ये विचारां सिर्फ इस करके पढ़ियां सुनियां सुनाइयां जांदियां ने कि अज जो नास्तिकता का दौर चल रहा, किते आ पुरातन साधुआं दा जीवन सुन के साडे मनां दे विच अगे वाला विश्वास पैदा हो जाए, अगे वाला यकीन पैदा हो जाए भी जिहड़ा वाहिगुरू, जिहड़ा रब, जिहड़ा मालिक अगे अपने सेवकां दे कारज रास करदा सी, मालिक तां सदा ही है, वाहिगुरू तां सदा ही हाजिर है। साडे संत जी महाराज बचन करते हुंदे ने, परमात्मा तां है पर बई बंदे नूं यकीन नहीं है। जे यकीन आ जाए परमात्मा हाजिर नाजिर है। भरोसा बन्नण वास्ते ही ऐसियां विचारां, ऐसे बचन पढ़ी दे ते सुनी दे ने। सो इतनी क हाज़री प्रवान करनी। कल नूं मस्सिया दा दिहाड़ा है, कथा इसे समय ते होवेगी। कल नूं शाम दा दीवान भी सजेगा। शाम नूं तकरीबन 7:30 बजे तो 8:30 बजे तक कल नूं कीर्तन होएगा ते महाराज दीयां खुशियां लईआं जाणगीआं। जिवें भी सच्चे पातशाह ने हुक्म कीता, भाणा बख्शिश कीती, कल नूं कथा कीर्तन दीवान शाम नूं वो भी जिस तरह हुण तुसीं देश विदेश विच बैठे लाइव देख रहे हो, दीवान भी लाइव आ जाएगा। बाकी जिवें महाराज दा भाणा। आओ जी, थोड़ा जिहा समां गुरमंत्र दा जाप करके फिर खुशी लईए जी। वाहिगुरु 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 श्लोक। पवन गुरु
ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।